ਅੱਜ ਦਾ ਜਿਹੜਾ ਸਾਡਾ ਟੌਪਿਕ ਆ ਉਹ ਇਹ ਆ ਪਰਮੇਸ਼ਵਰ ਦੇ ਵਚਨ ਦੀ ਰਚਨਾਤਮਕ ਸ਼ਕਤੀ। ਤੇ ਪਰਮੇਸ਼ਵਰ ਦਾ ਵਚਨ ਜਿਹੜਾ ਵਾ ਉਹ ਇੱਕ ਇਹੋ ਜਿਹਾ ਵਚਨ ਆ ਜਿਹੜਾ ਮੂੰਹ ਚੋਂ ਨਿਕਲਿਆ ਤੇ ਅੱਗੇ ਹੋ ਗਿਆ। ਤੇ ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਚੱਲਦੇ ਆ ਤੇ ਸਾਨੂੰ ਜਿਹੜਾ ਵਾ ਪਰਮੇਸ਼ਵਰ ਦਾ ਵਚਨ ਆਸ਼ੀਸ਼ਾਂ ਦੇ ਨਾਲ, ਅਸੀਂ ਹੁਣੇ ਵੇਖੇ ਇਹ ਜਿਹੜੀਆਂ ਗਵਾਹੀਆਂ ਅੱਜ ਦਿੱਤੀਆਂ ਗਈਆਂ ਨੇ, ਔਰ ਇਹ ਗਵਾਹੀਆਂ ਜਿਹੜੀਆਂ ਨੇ ਇਹ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਹੀ ਗਵਾਹੀਆਂ ਹੋਈਆਂ ਨੇ। ਪਰਮੇਸ਼ਵਰ ਦੇ ਮੂੰਹ ਚੋਂ ਵਚਨ ਨਿਕਲਿਆ, ਸਾਡੀ ਜ਼ਿੰਦਗੀ 'ਚ ਕੰਮ ਕੀਤਾ ਤੇ ਉਹ ਅੱਜ ਅਸੀਂ ਆਣ ਕੇ ਦੱਸ ਰਹੇ ਹਾਂ। ਹੁਣ ਅਸੀਂ ਪੜ੍ਹਦੇ ਹਾਂ ਪਰਮੇਸ਼ਵਰ ਦੇ ਵਚਨ ਦੇ ਬਾਰੇ। ਪਰਮੇਸ਼ਵਰ ਦਾ ਵਚਨ ਜਿਹੜਾ ਵਾ ਇੱਕ ਰਚਨਾ ਕਰਨ ਵਾਲੀ ਸ਼ਕਤੀ ਆ, ਔਰ ਪਰਮੇਸ਼ਵਰ ਦਾ ਵਚਨ ਜਿਹੜਾ ਵਾ ਉਹ ਇੱਕ ਜੀਵਿਤ ਵਚਨ ਆ, ਜਿੰਦਾ ਵਚਨ ਆ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਦਾ ਵਾ। ਔਰ ਪਰਮੇਸ਼ਵਰ ਦਾ ਵਚਨ ਜਿਹੜਾ ਵਾ ਇੰਨੀ ਕੁ ਸ਼ਕਤੀ ਰੱਖਦਾ ਵਾ ਕਿ ਜਿਸ ਚੀਜ਼ ਦੀ ਘੋਸ਼ਣਾ ਕੀਤੀ ਜਾਂਦੀ ਆ, ਜਿਸ ਚੀਜ਼ ਦੇ ਬਾਰੇ ਬੋਲਿਆ ਜਾਂਦਾ ਕਿ ਆਹ ਚੀਜ਼ ਬਣ ਜੇ ਤੇ ਉਸੇ ਵੇਲੇ ਹੀ ਪੂਰਾ ਹੋ ਜਾਂਦਾ ਵਾ। ਪਰਮੇਸ਼ਵਰ ਦੇ ਵਚਨ ਨੂੰ ਕਿਸੇ ਦੂਸਰੇ ਇਨਸਾਨ ਦੀ ਸਹਾਇਤਾ ਦੀ ਜ਼ਰੂਰਤ ਨਹੀਂ ਪੈਂਦੀ। ਪਰਮੇਸ਼ਵਰ ਦਾ ਵਚਨ ਜਿਹੜਾ ਆ ਆਪਣੇ ਆਪ ਦੇ ਵਿੱਚ ਇੱਕ ਸ਼ਕਤੀ ਆ, ਆਪਣੇ ਆਪ ਦੇ ਵਿੱਚ ਇੱਕ ਪਾਵਰ ਆ ਜਿਹੜਾ ਕਿ ਸਾਡੇ ਜੀਵਨ ਦੇ ਵਿੱਚ ਸਾਡੇ ਭਲੇ ਦੇ ਲਈ ਕੰਮ ਕਰਦਾ ਵਾ। ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਪੜ੍ਹਦੇ ਹਾਂ ਮੱਤੀ ਦੀ ਕਿਤਾਬ, ਉਹਦਾ 4 ਅਧਿਆਇ, ਉਹਦਾ 4 ਵਚਨ, ਤੇ ਉਹਦੇ 'ਚ ਲਿਖਿਆ ਜਾਂਦਾ ਹੈ ਪਰਮੇਸ਼ਵਰ ਦਾ ਵਚਨ ਸਿਰਫ ਰੋਟੀ ਦੇ ਨਾਲ ਨਹੀਂ ਬਲਕਿ ਪਰਮੇਸ਼ਵਰ ਦੇ ਮੂੰਹ ਚੋਂ ਨਿਕਲੇ ਇੱਕ ਇੱਕ ਸ਼ਬਦ ਦੇ ਨਾਲ ਆਦਮੀ ਜਿੰਦਾ ਰਹਿੰਦਾ ਵਾ। ਵਚਨ ਦੀ ਅਹਿਮੀਅਤ ਜਿਹੜੀ ਉਹ ਇਹ ਆ, लिखा है मनुष्य केवल रोटी ही से नहीं, हाँ जी, परंतु हर एक वचन से जो परमेश्वर के मुख से निकलता है जीवित रहेगा। ਕੀ ਲਿਖਿਆ ਵਾ? ਆਦਮੀ ਸਿਰਫ ਰੋਟੀ ਦੇ ਨਾਲ ਜਿੰਦਾ ਨਹੀਂ ਰਹਿੰਦਾ, ਪਰ ਜਿਹੜਾ ਵਚਨ ਪਰਮੇਸ਼ਵਰ ਦੇ ਮੂੰਹ ਚੋਂ ਨਿਕਲਦਾ ਵਾ ਕਿਸੇ ਆਦਮੀ ਦੇ ਵਾਸਤੇ, ਔਰ ਕਿਸੇ ਭੈਣ ਦੇ ਵਾਸਤੇ, ਕਿਸੇ ਬੱਚੇ ਦੇ ਵਾਸਤੇ, ਕਿਸੇ ਬਜ਼ੁਰਗ ਦੇ ਵਾਸਤੇ, ਕਿਸੇ ਵੀ ਚੀਜ਼ ਦੇ ਵਾਸਤੇ, ਜਦੋਂ ਪਰਮੇਸ਼ਵਰ ਦਾ ਵਚਨ ਨਿਕਲਦਾ ਵਾ ਤੇ ਉਹ ਕੀ ਆ? ਆਦਮੀ ਜਿੰਦਾ ਰਹਿੰਦਾ ਵਾ। ਹੁਣ ਜਿਹੜੇ ਆ ਕੁਝ ਸ਼ਰਾਰਤੀ ਲੋਕ ਜਿਹੜੇ ਆ ਉਹ ਸਵਾਲ ਕਰਦੇ ਆ, ਕੀ ਆਂਦੇ ਆ ਕਿ ਅਗਰ ਪਰਮੇਸ਼ਵਰ ਦੇ ਵਚਨ ਦੇ ਨਾਲ ਅਸੀਂ ਜਿੰਦੇ ਰਹਿੰਦੇ ਆ ਤੇ ਫਿਰ ਅਸੀਂ ਰੋਟੀ ਕਿਉਂ ਖਾਂਦੇ ਆ, ਰੋਟੀ ਕਿਉਂ ਬਣਾਉਂਦੇ ਆ? ਆਪਣੇ ਘਰਾਂ ਦੇ ਵਿੱਚ ਜਿਹੜੇ ਆ ਮਟੀਆਂ ਭਰ ਕੇ ਰੱਖੀਆਂ ਨੇ, ਪੀਪੇ ਭਰ ਕੇ ਰੱਖੇ ਨੇ, ਕਿਉਂ? ਅਗਰ ਆਦਮੀ ਪਰਮੇਸ਼ਵਰ ਦੇ ਵਚਨ ਦੇ ਨਾਲ ਜਿੰਦਾ ਰਹਿੰਦਾ ਵਾ ਤੇ ਫਿਰ ਇਹਨਾਂ ਚੀਜ਼ਾਂ ਦੀ ਸਾਨੂੰ ਜ਼ਰੂਰਤ ਨਹੀਂ ਆ, ਹੈ ਜਾਂ ਨਹੀਂ? ਇਹਨਾਂ ਚੀਜ਼ਾਂ ਦੀ ਕਮੀ ਜਿਹੜੀ ਆ ਉਹਨਾਂ ਲੋਕਾਂ ਦੇ ਕੋਲੇ ਨਹੀਂ ਸੀ ਜਿਨ੍ਹਾਂ ਨੇ ਕਰੋਨਾ ਦੇ ਵਿੱਚ ਪੈਸੇ ਸੜਕਾਂ ਤੇ ਸੁੱਟ ਦਿੱਤੇ ਸੀ। ਬਹੁਤ ਸਾਰੇ ਲੋਕ ਮਰ ਗਏ ਸੀ ਉਦੋਂ। ਬਹੁਤ ਸਾਰੇ ਲੋਕ ਜਿਹੜੇ ਆ ਜਿਨ੍ਹਾਂ ਦੇ ਕੋਲੇ ਕੋਈ ਪੈਸੇ ਦੀ ਕਮੀ ਨਹੀਂ ਸੀ, ਰਾਸ਼ਨ ਦੇ ਨਾਲ ਉਹਨਾਂ ਦੇ ਹੋ ਸਕਦਾ ਗੋਦਾਮ ਭਰੇ ਹੋਣ, ਜਿਨ੍ਹਾਂ ਨੇ ਸਾਰੇ ਦਾ ਸਾਰਾ ਪੈਸਾ ਸੜਕਾਂ ਦੇ ਉੱਤੇ ਸੁੱਟ ਦਿੱਤਾ ਸੀ। ਤੇ ਕੀ ਆ ਉਹਨਾਂ ਦੇ ਕੋਲੇ ਕਿਸੇ ਚੀਜ਼ ਦੀ ਕਮੀ ਸੀ? ਨਹੀਂ ਸੀ ਕਮੀ। ਪਰ ਫਿਰ ਕਿਉਂ ਮਰ ਗਏ? ਕਿਉਂਕਿ ਪਰਮੇਸ਼ਵਰ ਦਾ ਵਚਨ ਜਿਹੜਾ ਵਾ ਨਹੀਂ ਸੀ ਉਹਨਾਂ ਕੋਲੇ। ਪਰ ਪਰਮੇਸ਼ਵਰ ਦਾ ਵਚਨ ਜਿਸ ਆਦਮੀ ਦੇ ਕੋਲੇ ਆ, ਉਹ ਆਦਮੀ ਉਹਨਾਂ ਚਿਰ ਜਿੰਦਾ ਰਹੇਗਾ ਜਿੰਨਾ ਚਿਰ ਪਰਮੇਸ਼ਵਰ ਦੇ ਵਚਨ ਦੀ ਅਨੁਮਤੀ ਹੋਏਗੀ। ਜਿੰਨਾ ਚਿਰ ਪਰਮੇਸ਼ਵਰ ਦੀ ਇੱਛਾ ਵਾ ਉਹਨਾਂ ਚਿਰ ਹੀ ਉਹ ਆਦਮੀ ਜਿਹੜਾ ਵਾ ਜਿੰਦਾ ਰਹਿੰਦਾ ਵਾ। ਅੱਜ ਅਸੀਂ ਵੇਖਦੇ ਹਾਂ ਪਰਮੇਸ਼ਵਰ ਦੇ ਵਚਨ ਦੀ ਪਾਵਰ ਕੀ ਆ, ਪਰਮੇਸ਼ਵਰ ਦੇ ਵਚਨ ਦੀ ਤਾਕਤ ਕੀ ਆ। ਅਸੀਂ ਪੜ੍ਹਦੇ ਹਾਂ ਸਟਾਰਟਿੰਗ ਦੇ ਵਿੱਚ ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਪੜ੍ਹਦੇ ਹਾਂ, ਉਤਪਤੀ ਦੀ ਕਿਤਾਬ, ਉਹਦਾ 1 ਅਧਿਆਇ, ਉਹਦਾ 3 ਵਚਨ। ਕੀ ਪਾਵਰ ਆ ਪਰਮੇਸ਼ਵਰ ਦੇ ਵਚਨ ਦੀ? ਜਿਹਨੂੰ ਮਿਲ ਗਿਆ ਪੜ੍ਹ ਸਕਦੇ ਆ। जब परमेश्वर ने कहा उजियाला हो तो उजियाला हो गया। ਜਦੋਂ ਪਰਮੇਸ਼ਵਰ ਨੇ ਆਖਿਆ ਕਿ ਉਜਿਆਲਾ ਹੋਵੇ, ਰੋਸ਼ਨੀ ਹੋ ਜੇ, ਤੇ ਰੋਸ਼ਨੀ ਹੋ ਗਈ ਤੁਰੰਤ, ਉਸੇ ਵੇਲੇ ਰੋਸ਼ਨੀ ਹੋ ਗਈ ਆ। ਥੋਮਸ ਐਡੀਸਨ ਨੇ ਜਦੋਂ ਬਲਬ ਬਣਾਉਣਾ ਸ਼ੁਰੂ ਕੀਤਾ ਸੀ, ਕਿੰਨਾ ਸਮਾਂ ਲੱਗਾ ਬਲਬ ਬਣਾਉਣ ਤੇ? ਕਿੰਨੇ ਸਾਲ ਲੱਗ ਗਏ ਸੀ? ਬਲਬ ਬਣਾਉਂਦਾ ਸੀ, ਤੁਰੰਤ ਫਿਊਜ਼ ਹੋ ਜਾਂਦਾ ਸੀ। ਫਿਰ ਬਲਬ ਬਣਾਉਂਦਾ ਸੀ, ਥੋੜਾ ਸਮਾਂ ਲੱਗਦਾ ਸੀ, ਫਿਊਜ਼ ਹੋ ਜਾਂਦਾ ਸੀ। ਅੱਜ ਤੱਕ ਬਲਬ ਫਿਊਜ਼ ਹੁੰਦੇ ਆ ਰਹੇ ਆ। ਪਰ ਇੱਕ ਜਿਹੜੀ ਆ ਰੋਸ਼ਨੀ, ਇੱਕ ਬਲਬ ਜਿਹੜਾ ਵਾ ਉਹ ਪਰਮੇਸ਼ਵਰ ਨੇ ਬਣਾਇਆ ਵਾ, ਅੱਜ ਤੱਕ ਫਿਊਜ਼ ਨਹੀਂ ਹੋਇਆ। ਇਹ ਪਰਮੇਸ਼ਵਰ ਦੇ ਵਚਨ ਦੀ ਪਾਵਰ ਆ, ਇਹ ਸ਼ਕਤੀ ਆ ਪਰਮੇਸ਼ਵਰ ਦੇ ਵਚਨ ਦੀ। ਪਰਮੇਸ਼ਵਰ ਨੇ ਜੋ ਮੂੰਹੋਂ ਬੋਲਿਆ ਉਹ ਤੁਰੰਤ ਹੀ ਹੋ ਗਿਆ।
ਜਦੋਂ ਅਸੀਂ ਛੇਵਾਂ ਵਚਨ ਪੜ੍ਹਦੇ ਹਾਂ, ਇੱਕ ਹੋਰ ਪਰਮੇਸ਼ਵਰ ਦੇ ਅਚਰਜ ਕੰਮ ਦੇ ਸਾਨੂੰ ਜਿਹੜੀ ਆ ਉਹ ਗਿਆਨ ਮਿਲਦਾ ਵਾ ਕਿ ਕੀ ਕੁਛ ਕਰ ਸਕਦਾ ਹੈ, ਸਿਰਫ ਰੋਸ਼ਨੀ ਬਣਾ ਸਕਦਾ ਪਰਮੇਸ਼ਵਰ ਦਾ ਵਚਨ। ਜਦੋਂ ਅਸੀਂ ਪਹਿਲਾਂ ਪੜ੍ਹਿਆ ਵਾ, ਹਰ ਇਨਸਾਨ ਦੀ ਜ਼ਿੰਦਗੀ ਜਿਹੜੀ ਆ, ਜਿੰਨਾ ਚਿਰ ਪਰਮੇਸ਼ਵਰ ਦੇ ਵਚਨ ਦੀ ਅਨੁਮਤੀ ਆ, ਉਹਨਾਂ ਚਿਰ ਉਹਦੀ ਜ਼ਿੰਦਗੀ ਆ। ਅੱਜ ਅਗਰ ਅਸੀਂ ਕੋਈ ਵੀ ਚੀਜ਼ ਬਣਾਈਏ ਜਾਂ ਕੋਈ ਵੀ ਚੀਜ਼ ਅਸੀਂ ਕਰਨਾ ਹੋਵੇ, ਛੋਟੇ ਤੋਂ ਛੋਟਾ ਕੰਮ ਜਾਂ ਵੱਡੇ ਤੋਂ ਵੱਡਾ ਕੰਮ, ਤੇ ਸਾਨੂੰ ਸਮਾਂ ਲੱਗਦਾ ਵਾ। ਪਹਿਲਾਂ ਤਾਂ ਸਾਨੂੰ ਪਲਾਨਿੰਗ ਕਰਨੀ ਪਏਗੀ, ਫਿਰ ਮਟੀਰੀਅਲ ਦਾ ਇੰਤਜ਼ਾਮ ਕਰਨਾ ਪਏਗਾ, ਫਿਰ ਜਿਹੜਾ ਵਾ ਉਸ ਤੋਂ ਬਾਅਦ ਫਿਰ ਅਸੀਂ ਕੋਈ ਕੰਮ ਸ਼ੁਰੂ ਕਰਾਂਗੇ ਤੇ ਉਹਦੇ ਤੇ ਸਮਾਂ ਲੱਗੇਗਾ। ਛੇਵਾਂ वचन पढ़ दीजिए जिंदे को परमेश्वर का वचन है। फिर परमेश्वर ने कहा, हाँ जी, जल के बीच एक ऐसा अंतर हो, हाँ जी, कि जल दो भाग हो जाए। जल दे विच इहो जिहा अंतर होवे कि जल जड़ा वा दो हिस्से हो जाण जल दे। बहुत बारी परमेश्वर ने जल दे दो हिस्से कीते आ, पर ਜਿਹੜੇ ਇਹ ਜਿਹੜਾ जल ਦਾ ਹਿੱਸਾ ਕੀਤਾ परमेश्वर ने ਅੱਜ तक ਉਹ ਇਕੱਠਾ ਨਹੀਂ ਹੋਇਆ। ਦੱਸਿਆ ਜਾਂਦਾ ਵਾ ਜਿਹਦੇ ਨੂੰ ਸਟਾਰਟਿੰਗ ਦੇ ਉੱਤੋਂ ਪੜ੍ਹਦੇ ਆ, ਦੱਸਿਆ ਜਾਂਦਾ ਪੂਰੀ ਧਰਤੀ ਦੇ ਉੱਤੇ ਹਨੇਰਾ ਸੀ, ਧਰਤੀ ਬੇਡੌਲ ਸੀ ਔਰ ਸੁੰਨ ਸੀ। ਪਰਮੇਸ਼ਵਰ ਦਾ ਆਤਮਾ ਪਾਣੀਆਂ ਦੇ ਉੱਤੇ ਮੰਡਰਾਉਂਦਾ ਸੀ, ਟਹਿਲਦਾ ਸੀ। ਔਰ ਜਦੋਂ ਪਰਮੇਸ਼ਵਰ ਦਾ ਆਤਮਾ ਪਾਣੀਆਂ ਦੇ ਉੱਤੇ ਆਇਆ ਤੇ ਪਰਮੇਸ਼ਵਰ ਨੇ ਆਵਾਜ਼ ਦਿੱਤੀ, ਮੂੰਹ ਦੇ ਵਿੱਚੋਂ ਵਚਨ ਕੱਢਿਆ ਕਿ ਰੋਸ਼ਨੀ ਹੋ ਜੇ। ਤੁਰੰਤ ਰੋਸ਼ਨੀ ਹੋ ਗਈ। ਫਿਰ ਪਰਮੇਸ਼ਵਰ ਨੇ ਆਖਿਆ ਕਿ ਇਹ ਜਿਹੜਾ ਪਾਣੀ ਆ, ਇਹ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਵੇ, ਇੱਕ ਥੱਲੇ ਔਰ ਇੱਕ ਉੱਤੇ। ਆ ਜਿਹੜੇ ਆਸਮਾਨ ਆ, ਇਹ ਪਾਣੀ ਆ ਸਾਰੇ, ਤੇ ਪਾਣੀ ਅੱਜ ਤੱਕ ਦੋ ਹਿੱਸਿਆਂ ਦੇ ਵਿੱਚ ਟਿਕਿਆ ਹੋਇਆ। ਤੇ ਅੱਜ ਅਗਰ ਅਸੀਂ ਸੋਚੀਏ ਕਿ ਪਾਣੀ ਨੂੰ ਜਿਹੜਾ ਥੋੜਾ ਉੱਤੇ ਕਰਕੇ ਲਾ ਦਈਏ, ਪਾਣੀ ਥੱਲੇ ਨਾ ਆਵੇ, ਤੇ ਸਾਨੂੰ ਕੀ ਕਰਨਾ ਪਏਗਾ? ਅਗਰ ਅਸੀਂ ਕੋਈ ਲੋਹੇ ਦਾ ਬਰਤਨ ਜਾਂ ਕੋਈ ਹੋਰ ਬਰਤਨ ਅਗਰ ਅਸੀਂ ਇਸਤੇਮਾਲ ਕਰਦੇ ਹਾਂ ਕਿ ਪਾਣੀ ਜਿਹੜਾ ਟਿਕਿਆ ਰਹੇ, ਤੇ ਕੀ ਆ, ਅੱਜ ਨਹੀਂ ਤੇ ਕੱਲ ਨਹੀਂ ਤੇ ਪਰਸੋਂ, ਕੁਝ ਸਮੇਂ ਬਾਅਦ ਛੋਰੇ ਦੀ ਵਜ੍ਹਾ ਦੇ ਨਾਲ ਉਸ ਬਰਤਨ ਦੇ ਵਿੱਚ ਮੋਰੀਆਂ ਹੋ ਜਾਣਗੀਆਂ ਤੇ ਬਰਤਨ ਖਰਾਬ ਹੋ ਕੇ, ਜੰਗਾਲ ਲੱਗ ਕੇ ਉਹ ਪਾਣੀ ਬਹਿ ਜਾਏਗਾ ਥੱਲੇ। ਪਰਮੇਸ਼ਵਰ ਨੇ ਨਾ ਤੇ ਕੋਈ ਬਰਤਨ ਦਾ ਇਸਤੇਮਾਲ ਕੀਤਾ ਤੇ ਨਾ ਹੀ ਕਿਸੇ ਸਪੋਰਟ ਦਾ ਇਸਤੇਮਾਲ ਕੀਤਾ। ਅੱਜ ਆ ਜਿਹੜੀ ਛੱਤ ਆ, ਜਿਸ ਛੱਤ ਦੇ ਥੱਲੇ ਅਸੀਂ ਬੈਠੇ ਹਾਂ, ਜਿੰਨਾ ਚਿਰ ਇਹਦੇ ਥੱਲੇ ਪਿੱਲਰ ਨਾ ਦਿੱਤੇ ਜਾਣ ਤੇ ਛੱਤ ਜਿਹੜੀ ਆ ਹਵਾ ਦੇ ਵਿੱਚ ਖੜੀ ਨਹੀਂ ਹੁੰਦੀ। ਪਰ ਇੱਕ ਪਰਮੇਸ਼ਵਰ ਦੇ ਵਚਨ ਦੀ ਸ਼ਕਤੀ ਆ, ਜਿਨੇ ਕੀਆ ਸਿਰਫ ਇੱਕ ਆਵਾਜ਼ ਦੇ ਦੁਆਰਾ। ਕਿਦੋਂ ਦਾ ਜਿਹੜਾ ਦੁਨੀਆ ਬਣੀ, ਕਿਦੋਂ ਦੀ ਧਰਤੀ ਬਣੀ, ਉਦੋਂ ਦਾ ਅਸਮਾਨ ਨੂੰ ਤੇ ਧਰਤੀ ਨੂੰ ਜਿਹੜਾ ਵਾ ਪਾਣੀਆਂ ਨੂੰ ਦੋ ਹਿੱਸੇ ਕਰ ਦਿੱਤਾ, ਤੇ ਉਦੋਂ ਦਾ ਉੱਥੇ ਤੱਕ ਅਟਕਿਆ ਹੋਇਆ, ਉਦੋਂ ਦਾ ਉੱਥੇ ਟਿਕਿਆ ਹੋਇਆ ਵਾ ਬਿਨਾਂ ਸਪੋਰਟ ਦੇ। ਇਹਦੇ ਥੱਲੇ ਕੋਈ ਪਿੱਲਰ ਨਹੀਂ ਲੱਗਾ। ਇਹ ਕਾਹਦੇ ਨਾਲ ਹੋਇਆ? ਪਰਮੇਸ਼ਵਰ ਦੇ ਵਚਨ ਦੀ ਸ਼ਕਤੀ ਦੇ ਨਾਲ, ਇੱਕ ਪਾਵਰ ਦੇ ਨਾਲ ਇਹ ਸਭ ਕੁਝ ਹੋਇਆ। ਜਦੋਂ ਅਸੀਂ ਪੜ੍ਹਦੇ ਹਾਂ 11ਵਾਂ ਵਚਨ, ਅੱਜ ਦੇ ਸਮੇਂ ਦੇ ਵਿੱਚ ਆਦਮੀ ਜਿਹੜੀ ਆ ਉਹ ਕਿਸ ਚੀਜ਼ ਦੇ ਬਾਰੇ ਗੱਲ ਕਰਦਾ ਵਾ? ਜਿਹੜੀ ਮੌਕੇ ਤੇ ਮੌਜੂਦ ਆ। ਆਦਮੀ ਉਸੇ ਚੀਜ਼ ਦੇ ਬਾਰੇ ਗੱਲ ਕਰ ਸਕਦਾ ਵਾ ਜਿਹੜੀ ਇਸ ਜਗ੍ਹਾ ਤੇ ਮੌਜੂਦ ਆ, ਪਰ ਪਰਮੇਸ਼ਵਰ ਜਿਹੜਾ ਵਾ ਉਸ ਚੀਜ਼ ਦੇ ਬਾਰੇ ਗੱਲ ਕਰਦਾ ਜਿਹੜੀ ਅਜੇ ਤੱਕ ਹੋਈ ਨਹੀਂ, ਅਜੇ ਤੱਕ ਬਣੀ ਨਹੀਂ। ਪਰਮੇਸ਼ਵਰ ਇਹੋ ਜਿਹੇ ਕੰਮਾਂ ਦੇ ਬਾਰੇ ਘੋਸ਼ਣਾ ਕਰਦਾ ਵਾ। ਪਰਮੇਸ਼ਵਰ ਇਹੋ ਜਿਹੇ ਚੀਜ਼ਾਂ ਦੀ ਗੱਲ ਕਰਦਾ ਵਾ ਜਿਹੜੀ ਅਜੇ ਤੱਕ ਧਰਤੀ ਦੇ ਉੱਤੇ ਆਈ ਨਹੀਂ ਗੀ। ਤੇ ਅਸੀਂ ਕਿਹੜੀਆਂ ਗੱਲਾਂ ਕਰਦੇ ਹਾਂ? ਜਿਹੜੀਆਂ ਹੋ ਚੁੱਕੀਆਂ ਨੇ, ਜਾਂ ਸਾਡੇ ਕੋਲ ਜਿਹੜੀਆਂ ਮੌਜੂਦ ਆ, ਜਿਹੜੀਆਂ ਪਹਿਲਾਂ ਬਣ ਚੁੱਕੀਆਂ ਨੇ, ਅਸੀਂ ਉਹਨਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ, पढ़ दीजिए 11 वचन। फिर परमेश्वर ने कहा, हाँ जी, पृथ्वी से हरी घास तथा बीज वाले छोटे छोटे पेड़ और फलदायी वृक्ष भी, जिन्हें बीज उन्हीं में से एक एक की जाति के अनुसार है, पृथ्वी पर उगे और वैसा ही हो गया। हर एक बीज, हर एक पौधा, हर एक जड़ा वा वो घाह आ, परमेश्वर ने मूँह चो बोलिया ते उग गया। ਤੇ ਅੱਜ ਅਸੀਂ ਜਿਹੜਾ ਵਾ ਕੋਈ ਆਪਣੇ ਇੱਛਾ ਦੇ ਅਨੁਸਾਰ ਫਸਲ ਉਗਾਉਣੀ ਹੋਵੇ ਤੇ ਕੀ ਕਰਨਾ ਪਏਗਾ ਸਾਨੂੰ? ਵੇਖਦੇ ਅਸੀਂ ਕਿੰਨੀਆਂ ਦਵਾਈਆਂ ਪਾ ਲੈਨੇ ਆ, ਕਿੰਨੇ ਤਰ੍ਹਾਂ ਦਾ ਟ੍ਰੀਟਮੈਂਟ ਕਰ ਲੈਨੇ ਆ, ਪਰ ਫਿਰ ਵੀ ਜਿਹੜੀ ਆ ਜੋ ਅਸੀਂ ਉਮੀਦ ਲਾਈ ਹੁੰਦੀ ਆ ਵੀ ਇੰਨੀ ਫਸਲ ਆਏਗੀ, ਪਰ ਉਹਦੇ ਤੋਂ ਘੱਟ ਹੀ ਆਉਂਦੀ ਆ। ਤੇ ਸਿਰਫ ਪਰਮੇਸ਼ਵਰ ਦਾ ਵਚਨ ਜਿਹੜਾ ਵਾ ਉਹ ਮੂੰਹ ਚੋਂ ਨਿਕਲਿਆ ਔਰ ਹਰ ਤਰ੍ਹਾਂ ਦਾ ਫਲਦਾਈ ਪੌਦਾ ਜਿਹੜਾ ਬਣ ਗਿਆ। ਪਰਮੇਸ਼ਵਰ ਨੂੰ ਨਾ ਤੇ ਬੀਜ ਬਣਾਉ ਛਿੱਟਾ ਦੇਣ ਦੀ ਜ਼ਰੂਰਤ ਪਈ, ਨਾ ਹੀ ਉਹਨੂੰ ਕੋਈ ਗੋਡੀ ਕਰਨ ਦੀ ਜ਼ਰੂਰਤ ਪਈ,
ना ही पानी लाने की जरूरत पई और वो बन गया तुरंत। ये परमेश्वर के वचन की शक्ति आ। अगर अज साडी जिंदगी दे विच कोई असी सोचते हैं भी कोई मुसीबत आ गई आ जां साडी जड़ा जीवन दे विच कोई काम जड़ा हल नहीं हो रहा ते वो की आ परमेश्वर की कमी आ। बहुत सारे लोग परमेश्वर ते दोष ला दिंदे आ कि परमेश्वर की कमी है जड़ा अजे तक पता नहीं की गल आ जड़ा मैं किया चंगा नहीं हो रहा। ते कमी किंदी आ साडी अपनी। असी उस वचन नूं अपने जीवन दे विच उस वचन नूं अपने दिल दे विच उस वचन नूं अपने दिमाग दे विच आउण ही नहीं दिता। अपने कम्मां दे द्वारा उस वचन नूं दूर दूर रखिया। ते अगर असी चाहुंदे आ साडी जिंदगी दे विच भी मुआवजे होण ते सानू की आ परमेश्वर दे वचन नूं अपने जीवन दे विच आउण देना वा। प्रभु यीशु मसीह की कहंदा वा मैं तुहाडे दिल दे दरवाजे दे बाहर खड़ा खटखटाउणा वा और जड़ा कोई दरवाजा खोलेगा ते एक ही आ मैं उनके अंदर आण के उनके नाल खाना खावांगा भोजन करांगा मैं उनके नाल। पर असी की आ खोलते ही नहीं आ। असी अपने लालचां दी अपने अभिलाषावां दी जड़ी नींदर दे विच इन्ना गहरी नींद च सुते पे आ सानू कोई होश ही नहीं कि भी असी की कर रहे हैं। ते अगर असी परमेश्वर नूं जड़ा वा न्योता देवांगे अपने अंदर आउण देवांगे ते फिर ही परमेश्वर साडी जिंदगी दे विच फसल लेके आएगा। फिर ही साडी जिंदगी दे विच जड़ा वा परमेश्वर काम करेगा। एक जड़ा आर्टिस्ट सी उन्हें एक फोटो बनाई एक दिल की फोटो बनाई और तुहानूं पता ही है लोगों की कमियां कड्ढण की आदत हुंदी आ। एक आदमी गया कहता भाजी तुसी दिल भी बना दिता दिल का दरवाजा भी बना दिता इनू कुंडा ते लाया ही नहीं। उस आदमी का बड़ा खूबसूरत जवाब से वो कहता है कि भाई साहब जरा दिल का दरवाजा है ना इहदे बाहर कुंडी नहीं हुंदी। बाहर कुंडी होवे तो कोई भी अंदर वड़ सकता वा। इहदे अंदर कुंडी हुंदी आ अंदरों खोलिया जाएगा तो कोई अंदर आ सकता वा। अज तक अगर साडे अंदर परमेश्वर नहीं आया तो अजे तक बाहर खटखटाए रहा वा। सानू सिर्फ उस आवाज़ नूं सुनना वा जड़ी परमेश्वर सानू आवाज़ दे रहा वा। उस बुलाहट नूं सुनना वा उस खड़खड़ाहट नूं सुनना वा कि दरवाजा खटखटाया जा रहा वा असी अपने दिल का दरवाजा खोलना वा। और यह आवाज़ सानू उदों ही सुनेगी जदों साडा मन नम्र होएगा जदों साडे अंदर दया होएगी। भावें वो साडा परिवार होवे भावें वो साडा दुश्मन होवे भावें साडा दोस्त होवे हर एक आदमी वास्ते साडे को दया होनी चाहिए है। प्रभु यीशु मसीह नूं लोकां ने इन्ना मारिया उनकी दाढ़ी पुट्टी उनके मूँह के उत्ते थुक्या उन्होंने चपेड़ा मारिया और इत्थों तक जड़ा वा उन्होंने इंसल्ट किया ताने मारे मेहने मारे। पर प्रभु यीशु मसीह ने की जवाब दिता हे प्रभु इन्हां नूं माफ़ कर ये नहीं जानते कि ये की कर रहे हैं इन्हां नूं नहीं पता इन्हां नूं माफ़ कर। तो जदों असीं परमेश्वर दे अगे दुआवां करदे हां परमेश्वर दा वचन दसदा वा कि पाक रूह दा आत्मा परमेश्वर दे अगे आहां भरदा वा परमेश्वर दे अगे गिड़गिड़ाउंदा वा दुख जड़ा वा जाहिर करदा वा कि प्रभु इन्हां लोकां नूं माफ़ कर। पर साडे जड़ा हठ आ साडी जिद आ ये सानू माफ़ नहीं होण दिंदी। ते परमेश्वर दा वचन ते साडे कोले होना चाहुंदा वा परमेश्वर दा वचन साडे दिल दे दरवाजे ते खड़ा वा पर असी नहीं समझ पा रहे। इंदा 14वां वचन पढ़ सकते हैं असी उसे रही। फिर परमेश्वर ने कहा हाँ जी दिन को रात से अलग करने के लिए आकाश के अंतर में ज्योतियां हों। क्या दिन नू रात तो अलग करने वास्ते आकाश दे अंतर दे विच ज्योतियां होन रोशनियां होन। हाँ जी और वे चिन्हों और नियमों समूह और दिनों और वर्षों के कारण हो। उन्हां ज्योतियां दा की कारण होवे कि इन्हां ज्योतियां नूं वेख के कोई दिनां नूं जिहड़ा वा वो याद रख सके इन्हां ज्योतियां नूं वेख के कोई हफ्तियां नूं याद रख सके महीनिਆਂ ਨੂੰ याद रख सके ਸਮਿਆਂ ਨੂੰ याद रख सके। ਅੱਜ ਅਸੀਂ ਵੇਖਦੇ ਆ ਜਦੋਂ ਘੜੀਆਂ ਨਹੀਂ ਸੀ ਹੁੰਦੀਆਂ ਤੇ ਉਦੋਂ ਕੀ ਆ ਅੱਜ ਤੇ ਸੈੱਲ ਵਾਲੀਆਂ ਘੜੀਆਂ ਆ ਗਈਆਂ ਟੈਕਨੀਕਲ ਘੜੀਆਂ ਆ ਗਈਆਂ। ਪਹਿਲਾਂ ਦੁਪਹਿਰ ਘੜੀ ਹੁੰਦੀ ਸੀ ਬਹੁਤ ਸਾਰੇ ਲੋਕ ਗਿੱਠਾਂ ਰੱਖ ਕੇ ਜਿਹੜਾ ਟਾਈਮ ਵੇਖਦੇ ਹੁੰਦੇ ਸੀ
ਜਾਂ ਕਈ ਜਿਹੜੀ ਆ ਟੇਢੀ ਰੱਖ ਕੇ ਤੇ ਆਪਦਾ ਟਾਈਮ ਵੇਖਦੇ ਸੀ। ਅੱਜ ਉਹ ਟੈਕਨੀਕ ਜਿਹੜੀ ਆ ਨਹੀਂ ਰਹੀ। ਔਰ ਉਹ ਜਿਹੜੀਆਂ ਪਰਮੇਸ਼ਵਰ ਨੇ ਬਣਾਇਆ ਸੀ ਕਿ ਇਹ ਲੋਕ ਕੀ ਆ ਸਮੇਂ ਦਾ ਅੰਦਾਜ਼ਾ ਲਾ ਸਕਣ। ਅਸੀਂ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ, ਮੈਂ ਇੱਕ ਗੱਲ ਦੱਸਦਾ ਵਾਂ, ਔਰ ਸਾਡੀ ਚੁਬਾਰੇ ਦੇ ਵਿੱਚ ਜਦੋਂ ਕਲਾਸ ਲੱਗਦੀ ਹੁੰਦੀ ਸੀ ਔਰ ਅੱਗੇ ਪਰਦੇ ਲਾਏ ਹੁੰਦੇ ਸੀ ਤੇ ਸਿਰਫ ਜਿੱਥੇ ਬਲੈਕ ਬੋਰਡ ਸੀ ਉੱਥੋਂ ਥਾਂ ਖਾਲੀ ਛੱਡੀ ਹੁੰਦੀ ਸੀ ਤੇ ਅਸੀਂ ਚੌਕ ਦੇ ਨਾਲ ਜਦੋਂ ਸਾਡੀ ਛੁੱਟੀ ਦਾ ਟਾਈਮ ਹੁੰਦਾ ਸੀ ਨਾ, ਪਰਛਾਈ ਆਉਂਦੀ ਸੀ, ਅਸੀਂ ਚੌਕ ਦੇ ਨਾਲ ਪਰਛਾਈ ਤੇ ਲੀਕ ਮਾਰ ਦਿੰਦੇ ਵੀ ਇੱਥੇ ਪਰਛਾਈ ਆ ਗਈ, ਸਾਡੀ ਛੁੱਟੀ। ਤੇ 5 ਮਿੰਟ ਪਹਿਲਾਂ ਉੱਤੇ ਲੀਕ ਮਾਰਦੇ ਨੇ ਵੀ 5 ਮਿੰਟ ਰਹਿ ਗਏ, ਆਪਣੇ ਸਾਰਾ ਸਮਾਨ ਤਿਆਰ ਕਰ ਲਓ, ਟੀਚਰ ਚਾਹੇ ਕੁਝ ਵੀ ਸੁਣਾ ਰਿਹਾ ਵਾ। ਅਸੀਂ ਆਪਦੀ ਤਿਆਰੀ ਕਰ ਲੈਂਦੇ ਸੀ। ਸਰਦੀਆਂ ਦਾ ਟਾਈਮ ਅਲੱਗ ਸੀ, ਉਹਦੇ ਤੇ ਲੀਕ ਮਾਰੀ ਹੋਈ ਸੀ ਅਲੱਗ ਤੋਂ ਵੀ ਹੁਣ ਇੱਥੇ ਪਰਛਾਈ ਆ ਗਈ, ਹੁਣ ਸਾਡੀ ਛੁੱਟੀ ਹੋਣ ਵਾਲੀ ਆ। ਤੇ ਜਦੋਂ ਅਸੀਂ ਇਹਨਾਂ ਚੀਜ਼ਾਂ ਤੋਂ ਇੱਕ ਅੰਦਾਜ਼ਾ ਲਗਾ ਲੈਂਦੇ ਆ ਕਿ ਆਹ ਸਮਾਂ ਹੋ ਗਿਆ ਵਾ, ਹੁਣ ਸਾਨੂੰ ਇਸੇ ਤਰ੍ਹਾਂ ਪਰਮੇਸ਼ਵਰ ਨੇ ਜਿਹੜੀਆਂ ਰੋਸ਼ਨੀਆਂ ਦਿੱਤੀਆਂ, ਜਿਹੜੀ ਕੀ ਆ ਸਾਡੇ ਅਸੀਂ ਉਹਨੂੰ ਵੇਖ ਕੇ ਸਮੇਂ ਦੇ ਬਾਰੇ ਗਿਆਨ ਪ੍ਰਾਪਤ ਕਰ ਸਕੀਏ। ਹਾਂਜੀ, और वे ज्योतियां आकाश के अंतर में पृथ्वी पर प्रकाश देने वाली भी ठहरे। ਉਹ ਜੋਤੀਆਂ ਜਿਹੜੀਆਂ ਨੇ ਉਹ ਆਕਾਸ਼ ਦੇ ਅੰਤਰ ਦੇ ਵਿੱਚ ਇਸ ਧਰਤੀ ਦੇ ਉੱਤੇ ਰੋਸ਼ਨੀ ਦੇਣ ਵਾਲੀਆਂ ਠਹਿਰਨ। ਹਾਂਜੀ, और वैसा ही हो गया। ਤੁਰੰਤ ਉਵੇਂ ਦਾ ਹੋ ਗਿਆ, ਤੁਰੰਤ। ਅੱਜ ਅਸੀਂ ਵੇਖਦੇ ਹਾਂ ਅੱਜ ਵੀ ਜਿਹੜੇ ਅਸੀਂ CFL ਘਰੇ ਲਾਉਂਦੇ ਆ, ਇਹਨਾਂ ਦਾ ਥੋੜਾ ਸਮਾਂ ਜ਼ਿਆਦਾ ਹੁੰਦਾ ਵਾ, ਕੋਈ ਸਾਲ 1.5 ਸਾਲ ਕੱਢ ਜਾਂਦੇ ਆ। ਇਹਨਾਂ ਦੇ ਉੱਤੇ ਟਾਈਮ ਲਿਖਿਆ ਹੁੰਦਾ ਵੀ ਇੰਨੇ ਚਿਰ ਦੇ ਵਿੱਚ ਅਗਰ ਖਰਾਬ ਹੁੰਦੀ ਹੈ ਤਾਂ ਤੁਸੀਂ ਚੇਂਜ ਕਰਾ ਸਕਦੇ ਜੇ। ਪਰ ਜਿਹੜੀ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਚੀਜ਼ ਬਣਾਈ ਜਾਂਦੀ ਆ, ਉਹਦੀ ਐਕਸਪਾਇਰੀ ਡੇਟ ਹੁੰਦੀ ਨਹੀਂਗੀ। ਅਗਰ ਅਸੀਂ ਵੀ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਬਣਾਏ ਜਾਵਾਂਗੇ ਤੇ ਸਾਡੀ ਵੀ ਐਕਸਪਾਇਰੀ ਡੇਟ ਨਹੀਂ ਹੋਏਗੀ। ਤੇ ਸਾਨੂੰ ਕੀ ਆ, ਪਰਮੇਸ਼ਵਰ ਦੇ ਵਚਨ ਦੇ ਦੁਆਰਾ ਆਪਣੇ ਆਪ ਨੂੰ ਤਿਆਰ ਕਰਨਾ ਸੀ। ਜ਼ਿਆਦਾਤਰ ਅਸੀਂ ਕੀ ਕਰਦੇ ਆ ਵੀ ਭਾਈ ਮਾਰਸ਼ਲ ਦੇ ਸਾਹਮਣੇ ਮੈਂ ਬੜਾ ਚੰਗਾ ਨੇਕ ਇਨਸਾਨ ਬਣਦਾ ਵਾਂ ਤੇ ਅੱਗੋਂ ਪਿੱਛੋਂ ਫੇਰ ਪਹਿਲਾਂ ਵਾਲਾ ਹਿਸਾਬ। ਜਿਵੇਂ ਸੱਪ ਜਿਹੜਾ ਵਾ ਖੁੱਡ ਦੇ ਵਿੱਚ ਜਾਂਦਾ ਹੈ ਨਾ, ਜਦੋਂ ਸੱਪ ਜਿਹੜਾ ਖੁੱਡ 'ਚ ਜਾਏਗਾ ਤੇ ਸਿੱਧਾ ਜਾਏਗਾ ਤੇ ਬਾਹਰ ਜਿਹੜਾ ਵਾ ਐ ਵੰਗ ਵਲੇਵੇਂ ਮਾਰਦਾ ਜਾਂਦਾ। ਇਸੇ ਤਰ੍ਹਾਂ ਜਦੋਂ ਵਿਸ਼ਵਾਸੀ ਬਹੁਤ ਸਾਰੇ ਜਿਹੜੇ ਆ ਚਰਚ ਦੇ ਵਿੱਚ ਆਉਂਦੇ ਆ ਤੇ ਬੜੇ ਸਿੱਧੇ ਆਉਂਦੇ ਆ, ਭੈਣ ਜੀ ਸਲਾਮ, ਭਾਜੀ ਸਲਾਮ, ਹੋ ਠੀਕ ਹੋ, ਤੁਸੀਂ ਪ੍ਰਾਰਥਨਾ ਕੀਤੀ, ਤੁਸੀਂ ਵਚਨ ਪੜਿਆ। ਪਰ ਜਿਹਦਾ ਵਚਨ ਚੋਂ ਬਾਹਰ ਆ ਜਾਂਦੇ ਤੇ ਆਪਣੀ ਪੁਰਾਣੀ ਦੁਨੀਆ 'ਚ ਗਵਾਚ ਜਾਂਦੇ ਆ, ਵੀ ਫੇਰ ਪਹਿਲਾਂ ਵਾਲੇ ਕੰਮ। ਤੇ ਅਗਰ ਅਸੀਂ ਇਸ ਤਰ੍ਹਾਂ ਕਰਦੇ ਆ ਤੇ ਇਹਦਾ ਮਤਲਬ ਸਾਡੇ ਕੋਲੇ ਵਚਨ ਨਹੀਂ ਆ, ਵਚਨ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਨਹੀਂ ਕਰ ਰਿਹਾ। ਅਸੀਂ ਆਪਣੇ ਆਪ ਨੂੰ ਬਦਲਣਾ ਵਾ। ਕੀ ਗੀਤ ਗਾਇਆ ਸੀ? ਸ਼ਬਦ ਬਿਨਾ ਹੈ ਰੂਹ ਮੋਈ। ਰੂਹ ਜਿਹੜੀ ਆ ਬਿਨਾ ਸ਼ਬਦ ਦੇ ਖਤਮ ਆ, ਮਰ ਗਈ ਆ। ਅਗਰ ਸਾਡੇ ਕੋਲੇ ਪਰਮੇਸ਼ਵਰ ਦਾ ਵਚਨ ਜਿਹੜਾ ਉਹ ਨਹੀਂ ਆ ਤੇ ਜਿਹੜਾ ਪਰਮੇਸ਼ਵਰ ਦਾ ਵਚਨ ਆ ਪੁਰਾਣੇ ਸਮੇਂ ਤੋਂ ਲੈ ਕੇ ਜਦੋਂ ਤੋਂ ਬਣਿਆ ਹੁਣ ਤੱਕ ਸਾਡੀ ਜ਼ਿੰਦਗੀ ਦੇ ਵਿੱਚ ਕੀ ਆ, ਉਹਨੂੰ ਜਿਹੜਾ ਟਿਕਾ ਕੇ ਰੱਖਿਆ ਪਰਮੇਸ਼ਵਰ ਨੇ ਸ਼ਬਦ ਦੇ ਦੁਆਰਾ। ਤੇ ਅਗਰ ਇਹ ਪ੍ਰਕਿਰਤੀ ਦੀਆਂ ਚੀਜ਼ਾਂ ਜਿਹੜੀਆਂ ਵਾ ਆਬਾਦ ਹੋ ਸਕਦੀਆਂ ਨੇ, ਪ੍ਰਕਿਰਤੀ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਟਿਕ ਸਕਦੀਆਂ ਨੇ, ਤੇ ਅਸੀਂ ਵੀ ਟਿਕ ਸਕਦੇ ਹਾਂ ਅਗਰ ਸਾਡੇ ਕੋਲੇ ਪਰਮੇਸ਼ਵਰ ਦਾ ਵਚਨ ਹੈ। ਤੇ ਜਦੋਂ ਅਸੀਂ ਪੜ੍ਹਦੇ ਹਾਂ ਇਹਦਾ 24ਵਾਂ ਵਚਨ ਤੇ ਸਾਨੂੰ ਜਿਹੜਾ ਵਾ ਹੋਰ ਜ਼ਿਆਦਾ डिटेल ਦੇ ਵਿੱਚ ਪਤਾ ਲੱਗਦਾ ਪਰਮੇਸ਼ਵਰ ਦਾ ਵਚਨ ਸਾਡੇ ਲਈ ਕਿੰਨੀ ਅਹਿਮੀਅਤ ਰੱਖਦਾ। फिर परमेश्वर ने कहा, हाँ जी, पृथ्वी से एक एक जाति के जीवित प्राणी हाँ जी, और घरेलू पशु और रेंगने वाले जंतु और पृथ्वी के वन पशु जाति जाति के अनुसार उत्पन्न हो। परमेश्वर ने की आख्या, मूँह दे विचों आख्या कि हर तरह दे जड़े जीव जंतु बन जान ते वो बन गए। ਅੱਜ ਅਗਰ ਕਿਸੇ ਜੀਵ ਜੰਤੂ ਨੂੰ ਆਪਾਂ ਵੇਖੀਏ ਤੇ ਸਮਾਂ ਲੱਗਦਾ ਵਾ, ਪਰ ਪਰਮੇਸ਼ਵਰ ਨੇ ਬੋਲਿਆ ਔਰ ਇਹਨੇ ਲੱਖਾਂ ਕਰੋੜਾਂ ਦੁਨੀਆ ਦੇ ਵਿੱਚ ਜਿੰਨੇ ਵੀ ਜੀਵ ਜੰਤੂ ਆ ਇੱਕ ਵਚਨ ਦੇ ਦੁਆਰਾ ਬਣ ਗਏ। ਇਹ ਪਰਮੇਸ਼ਵਰ ਦੇ ਵਚਨ ਦੀ ਪਾਵਰ ਆ। ਤੇ ਜਦੋਂ ਅਸੀਂ ਪੜ੍ਹਦੇ ਹਾਂ ਇਸ ਚੀਜ਼ ਦਾ ਹੋਰ ਸਾਨੂੰ ਜਿਹੜੀਆਂ ਵਾ ਬੜੀਆਂ ਗੱਲਾਂ ਦਾ ਜਿਹੜਾ ਵਾ ਸਾਨੂੰ ਵਿਸ਼ਵਾਸ ਵੀ ਹੁੰਦਾ, ਅਸੀਂ ਵੇਖਦੇ ਵੀ ਆ। ਪਰ ਜਿਹੜਾ ਸ਼ਕਤੀ ਦੇਣ ਵਾਲਾ ਪਰਮੇਸ਼ਵਰ ਦਾ ਵਚਨ ਆ ਔਰ ਇਹ ਸਾਡੇ ਜੀਵਨ ਨੂੰ ਬਦਲਣ ਵਾਲਾ ਜਿਹੜਾ ਵਾ ਪਰਮੇਸ਼ਵਰ ਦਾ ਵਚਨ ਆ, ਔਰ ਇਹ ਸਾਡੀ ਜੀਵਨ ਨੂੰ ਅਗਰ ਅਸੀਂ ਜਿਹੜਾ ਆਤਮਿਕ ਤੌਰ ਤੇ ਜਿਹੜਾ ਅਸੀਂ ਢੱਠ ਗਏ ਆ ਤਾਂ ਸਾਨੂੰ ਦੁਬਾਰੀ ਬਣਾਉਣ ਦੀ ਜਿਹੜੀ ਪਾਵਰ ਰੱਖਣ ਵਾਲਾ ਵਚਨ ਕੌਣ ਆ? ਪਰਮੇਸ਼ਵਰ ਦਾ ਵਚਨ ਆ।
ਅਗਰ ਅਸੀਂ ਦੁਬਾਰਾ ਬਣਨਾ ਚਾਹੁੰਦੇ ਹਾਂ ਤੇ ਪਰਮੇਸ਼ਵਰ ਦੇ ਵਚਨ ਦੇ ਵਿੱਚ ਜਿਹੜਾ ਵਾ ਅਸੀਂ ਵੱਧ ਸਕਦੇ ਹਾਂ। ਪਰਮੇਸ਼ਵਰ ਸਾਨੂੰ ਬਣਾਏਗਾ, ਪਰਮੇਸ਼ਵਰ ਤਿਆਰ ਕਰੇਗਾ। ਤੇ ਜਦੋਂ ਪਰਮੇਸ਼ਵਰ ਤਿਆਰ ਕਰਦਾ ਵਾ, ਇੱਕ ਤੇ ਉਹਦੀ ਐਕਸਪਾਇਰੀ ਡੇਟ ਨਹੀਂ ਆਉਂਦੀ, ਔਰ ਦੂਸਰਾ ਕੀ ਆ, ਉਹ ਕਦੀ ਢੱਠਦਾ ਨਹੀਂ ਆ। ਜਦੋਂ ਅਸੀਂ ਯਿਰਮੀਆ ਦੀ ਕਿਤਾਬ ਪੜ੍ਹਦੇ ਹਾਂ, ਯਿਰਮੀਆ ਨਬੀ ਨੂੰ ਪਰਮੇਸ਼ਵਰ ਦਾ ਵਚਨ ਕਹਿੰਦਾ ਵਾ, ਉੱਠ ਤੇ ਘੁਮਿਆਰ ਦੇ ਘਰ ਦੇ ਵਿੱਚ ਜਾ, ਉੱਥੇ ਮੈਂ ਤੈਨੂੰ ਆਪਣਾ ਵਚਨ ਸਿਖਾਵਾਂਗਾ। ਤੇ ਜਦੋਂ ਘੁਮਿਆਰ ਦੇ ਘਰ ਦੇ ਵਿੱਚ ਜਾਂਦਾ ਵਾ, ਘੁਮਿਆਰ ਜਿਹੜਾ ਵਾ ਉਹ ਕੋਈ ਬਰਤਨ ਬਣਾਉਂਦਾ ਆਪਣੇ ਚਾਕ ਦੇ ਉੱਤੇ, ਔਰ ਉਹ ਬਰਤਨ ਜਿਹੜਾ ਉਹਦੇ ਹੱਥੋਂ ਵਿਗੜ ਜਾਂਦਾ ਵਾ। ਤੇ ਫਿਰ ਪਰਮੇਸ਼ਵਰ ਦਾ ਵਚਨ ਯਿਰਮੀਆ ਨਬੀ ਦੇ ਕੋਲੇ ਆਉਂਦਾ, ਕਹਿੰਦਾ ਜਿਸ ਤਰ੍ਹਾਂ ਇਸ ਘੁਮਿਆਰ ਦੇ ਹੱਥ ਦੇ ਵਿੱਚ ਮਿੱਟੀ ਦਾ ਬਰਤਨ ਵਿਗੜ ਗਿਆ ਵਾ, ਤੇ ਉਹਨੇ ਇਸੇ ਬਰਤਨ ਨੂੰ ਢਾ ਕੇ ਦੁਬਾਰੀ ਨਵਾਂ ਬਰਤਨ ਬਣਾ ਦਿੱਤਾ ਵਾ। ਇਹ ਮੇਰੇ ਲੋਕ ਮੇਰੇ ਕੋਲੋਂ ਵਿਗੜ ਗਏ ਆ, ਮੈਂ ਤੁਹਾਡੇ ਨਾਲ ਕੀ ਨਹੀਂ ਕਰ ਸਕਦਾ? ਮੈਂ ਕਰ ਸਕਦਾ ਵਾਂ। ਜਿਸ ਤਰ੍ਹਾਂ ਇੱਕ ਘੁਮਿਆਰ ਉਹਨੂੰ ਢਾ ਕੇ ਤੋੜ ਕੇ ਦੁਬਾਰਾ ਤਿਆਰ ਕਰ ਸਕਦਾ, ਤੇ ਮੈਂ ਵੀ ਤੁਹਾਡੇ ਨਾਲ ਕਰ ਸਕਦਾ ਵਾਂ। ਅਸੀਂ ਇੱਕ ਮਿੱਟੀ ਦੀ ਤਰ੍ਹਾਂ ਵਾਂ। ਅਸੀਂ ਆਪਣੇ ਆਪ ਨੂੰ ਕਿਹਦੇ ਹੱਥਾਂ ਦੇ ਵਿੱਚ ਦੇਣਾ ਵਾ? ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਦੇਣਾ ਵਾ। ਤੇ ਜਦੋਂ ਅਸੀਂ ਪੜ੍ਹਦੇ ਹਾਂ ਲੂਕਾ ਦੀ ਕਿਤਾਬ, ਉਹਦਾ 17 ਅਧਿਆਏ, ਉਹਦਾ 11 ਤੋਂ 14 ਵਚਨ, ਜਿਹਨੂੰ ਮਿਲ ਗਿਆ ਪੜ੍ਹ ਸਕਦਾ ਵਾ। ਲੂਕਾ ਦੀ ਕਿਤਾਬ 17 ਅਧਿਆਏ, ਉਹਦਾ 11 ਤੋਂ 14 ਵਚਨ। ਪਰਮੇਸ਼ਵਰ ਦਾ ਵਚਨ ਕਿੰਨੀ ਕੁ ਪਾਵਰ ਰੱਖਦਾ ਵਾ ਕਿ ਜਦੋਂ ਪਰਮੇਸ਼ਵਰ ਨੇ ਇਸ ਧਰਤੀ ਦੀ ਰਚਨਾ ਕੀਤੀ, ਆਦਮੀ ਪਾਪੀ ਨਹੀਂ ਹੋਇਆ, ਉਦੋਂ ਪਰਮੇਸ਼ਵਰ ਦੇ ਵਚਨ ਦੀ ਉਨੀ ਸਾਮਰਥ ਸੀ। ਜਦੋਂ ਪ੍ਰਭੂ ਯਿਸੂ ਮਸੀਹ ਪੈਦਾ ਹੋ ਕੇ ਸਾਡੇ ਵਿੱਚ ਆ ਗਿਆ, ਉਸ ਤੋਂ ਪਹਿਲਾਂ ਜਿਹੜਾ ਵਾ ਆਦਮੀ ਨੇ ਪਾਪ ਕੀਤਾ। ਆਦਮੀ ਨੇ ਪਾਪ ਕਰਕੇ, ਜਦੋਂ ਆਦਮੀ ਨੇ ਪਾਪ ਕੀਤਾ ਤੇ ਪ੍ਰਭੂ ਯਿਸੂ ਮਸੀਹ ਨੂੰ ਜਿਹੜਾ ਵਾ ਇੱਕ ਉਦਾਰ ਦੀ ਯੋਜਨਾ ਲੈ ਕੇ ਆਉਣਾ ਪਿਆ। ਜਿਹੜੀ ਚੀਜ਼ ਸ਼ੈਤਾਨ ਨੇ ਸਾਡੇ ਕੋਲੋਂ ਖੋਹ ਲਈ ਸੀ, ਪ੍ਰਭੂ ਯਿਸੂ ਮਸੀਹ ਉਸ ਚੀਜ਼ ਨੂੰ ਖੋਹ ਕੇ ਸ਼ੈਤਾਨ ਦੇ ਕੋਲੋਂ ਤੇ ਫਿਰ ਸਾਨੂੰ ਵਾਪਸ ਦੇਣ ਆਇਆ ਸੀ। ਤੇ ਕੀ ਉਸ ਸਮੇਂ ਵੀ ਵਚਨ ਦੇ ਵਿੱਚ ਇੰਨੀ ਹੀ ਪਾਵਰ ਸੀ ਜਾਂ ਘਟ ਗਈ? पढ़ दीजिए। ऐसा हुआ कि वह यरूशलेम जाते हुए सामरिया और गलील के बीच से होकर जा रहा था। ਐਵੇਂ ਹੋਇਆ ਕਿ ਜਦੋਂ ਪ੍ਰਭੂ ਯਿਸੂ ਮਸੀਹ ਯਰੂਸ਼ਲਮ ਜਾਂਦਾ ਸੀ, ਸਾਮਰੀਆ ਤੇ ਗਲੀਲ ਦੇ ਰਸਤੇ ਥੋਣੀ ਜਾਣਾ ਉਹਨੇ ਜਾਣ ਲੱਗਾ। किसी गांव में परमेश्वर करते समय उसे 10 कोढ़ी मिले। ਕਿਸੇ ਪਿੰਡ ਦੇ ਵਿੱਚ ਜਦੋਂ ਵੜਿਆ ਤੇ ਉਹਨੇ ਜਦੋਂ ਐਂਟਰੀ ਕੀਤੀ ਪਿੰਡ ਦੇ ਵਿੱਚ, ਉਹਨੂੰ 10 ਕੋੜੀ ਮਿਲੇ। उन्होंने दूर खड़े होकर ऊंचे शब्द से कहा, हे यीशु, हे स्वामी, हम पर दया कर। ਉਹਨਾਂ ਨੇ ਦੂਰੋਂ ਹੀ ਖੜੇ ਹੋ ਕੇ ਆਵਾਜ਼ ਦਿੱਤੀ, हे ਯਿਸੂ, हे स्वामी, हे प्रभु, ਸਾਡੇ ਉੱਤੇ ਦਇਆ ਕਰ। ਹਾਂਜੀ। उसने उन्हें देखकर कहा, जाओ और अपने आप को याजकों को दिखाओ। ਉਹਨੇ ਆਖਿਆ ਜਾਓ ਤੇ ਆਪਣੇ ਆਪ ਨੂੰ ਯਾਜਕਾਂ ਨੂੰ ਵਿਖਾਓ। ਹਾਂਜੀ। और जाते ही जाते वे शुद्ध हो गए। ਜਾਤੇ ਜਾਤੇ ਵੇ ਸ਼ੁੱਧ ਹੋ ਗਏ। ਓਨੀ ਪਾਵਰ ਜਿਹੜੀ ਆ ਦੁਨੀਆ ਬਣਾਉਣ ਵੇਲੇ ਸੀ, ਓਨੀ ਪਾਵਰ ਆਦਮੀ ਦੇ ਪਾਪੀ ਹੋਣ ਤੋਂ ਬਾਅਦ ਸੀ, ਓਨੀ ਪਾਵਰ ਪ੍ਰਭੂ ਯਿਸੂ ਮਸੀਹ ਦੇ ਆਉਣ ਤੋਂ ਬਾਅਦ ਸੀ। ਪ੍ਰਭੂ ਯਿਸੂ ਮਸੀਹ ਜਿਹੜਾ ਵਾ ਉਹ ਚਲਾ ਗਿਆ, ਮੁਰਦਿਆਂ ਚੋਂ ਜਿੰਦਾ ਹੋ ਕੇ ਸਵਰਗਾਂ ਦੇ ਵਿੱਚ ਚਲਾ ਗਿਆ, ਔਰ ਉਹਦੇ ਜਾਣ ਦੇ ਬਾਅਦ ਵੀ ਅੱਜ ਵੀ ਓਨੀ ਹੀ ਪਾਵਰ ਆ ਪਰਮੇਸ਼ਵਰ ਦੇ ਵਚਨ ਦੇ ਵਿੱਚ। ਕਹਿੰਦਾ ਜਾਓ ਤੇ ਆਪਣੇ ਆਪ ਨੂੰ ਯਾਜਕਾਂ ਨੂੰ ਵਿਖਾਓ। ਜਿਵੇਂ ਅੱਜ ਕੋਈ ਕਰੋਨਾ ਦਾ ਮਰੀਜ਼ ਹੋਵੇ ਨਾ, ਅਗਰ ਕਰੋਨਾ ਦੇ ਮਰੀਜ਼ ਨੂੰ ਉਹਨੂੰ ਪਹਿਲਾਂ ਕਰੋਨਾ ਹੋ ਗਿਆ ਵਾ, ਉਹ ਲੋਕਾਂ ਦੇ ਵਿੱਚ ਬਹਿਣਾ ਚਾਹੁੰਦਾ ਵਾ, ਤੇ ਉਹਨੂੰ ਕੀ ਆ, ਪਹਿਲਾਂ ਡਾਕਟਰਾਂ ਕੋਲੇ ਚੈੱਕ ਕਰਾਉਣਾ ਪੈਂਦਾ ਵਾ। ਉਸ ਸਮੇਂ ਜਿਹੜਾ ਵਾ ਅਗਰ ਕੋਈ ਮਰੀਜ਼ ਹੁੰਦਾ ਸੀ, ਜਿਹੜਾ ਕੋੜੀ ਇਹੋ ਜਿਹਾ ਮਰੀਜ਼ ਹੁੰਦਾ ਸੀ ਜਿੰਦੇ ਤੋਂ ਦੂਸਰੇ ਨੂੰ ਰੋਗ ਲੱਗ ਜਾਂਦਾ ਸੀ, ਇਹੋ ਜਿਹੇ ਰੋਗੀਆਂ ਨੂੰ ਦੂਰ ਰੱਖਿਆ ਜਾਂਦਾ ਸੀ, ਔਰ ਉਹਨਾਂ ਦੀ ਜਾਂਚ ਕੌਣ ਕਰਦੇ ਸੀ? ਪਾਸਟਰ, ਯਾਜਕ ਜਿਹੜੇ ਉਹਨਾਂ ਦੀ ਜਾਂਚ ਕਰਦੇ ਸੀ। ਤੇ ਉਹ ਹੁਣ ਪੁੱਛ ਕਹਿੰਦਾ, ਜਦੋਂ ਉਹਨਾਂ ਨੇ ਆਖਿਆ ਵੀ ਸਾਡੇ ਤੇ ਦਇਆ ਕਰ, ਤੇ ਜਦੋਂ ਦਇਆ ਕੀਤੀ ਗਈ ਤੇ ਪ੍ਰਭੂ ਯਿਸੂ ਮਸੀਹ ਕਹਿੰਦਾ ਜਾ ਆਪਣੇ ਆਪ ਨੂੰ ਯਾਜਕਾਂ ਕੋਲੇ ਵਿਖਾਓ। ਤੇ ਜਦੋਂ ਉਹਨਾਂ ਨੇ ਵਿਸ਼ਵਾਸ ਕੀਤਾ ਤੇ ਆਪਣੇ ਆਪ ਨੂੰ ਯਾਜਕਾਂ ਦੇ ਕੋਲੇ ਵਿਖਾਉਣ ਗਏ ਕਿ ਅਸੀਂ ਪਵਿੱਤਰ ਹਾਂ, ਉਹ ਸਾਨੂੰ ਸ਼ੁੱਧ ਕਰਨ, ਜਿਹੜੀ ਉਹਨਾਂ ਦੀ ਪੇਟ ਬੰਦੀ ਸੀ ਉਹਨਾਂ ਨੂੰ ਦੇ ਕੇ ਤੇ ਲੋਕਾਂ ਦੇ ਵਿੱਚ ਬੈਠ ਸਕਣ। ਅਜੇ ਰਸਤੇ ਦੇ ਵਿੱਚ ਹੀ ਸੀ ਤੇ ਜਾਂਦੇ ਜਾਂਦੇ ਕੀ ਆ, ਸ਼ੁੱਧ ਹੋ ਗਏ ਸੀ ਉਹ। ਇਹ ਪਰਮੇਸ਼ਵਰ ਦੇ ਵਚਨ ਦੀ ਤਾਕਤ ਆ, ਪਰਮੇਸ਼ਵਰ ਦੇ ਵਚਨ ਦੀ ਪਾਵਰ ਆ, ਪਰਮੇਸ਼ਵਰ ਦੇ ਵਚਨ ਦੇ ਵਿੱਚ ਇੱਕ ਸ਼ਕਤੀ ਆ ਜਿਹੜਾ ਕਿ ਆ ਮੂੰਹ ਚੋਂ ਨਿਕਲਦਾ ਵਾ ਤੇ ਸਾਹਮਣੇ ਹਾਜ਼ਰ।
ਅੱਜ ਅਸੀਂ ਕੁਛ ਵੀ ਕਰ ਲਈਏ ਆਦਮੀ ਦੇ ਤੌਰ ਤੇ, ਜਿੰਨਾ ਚਿਰ ਅਸੀਂ ਪਰਮੇਸ਼ਵਰ ਦੇ ਵਿੱਚ ਨਹੀਂ ਆ ਤੇ ਸਾਨੂੰ ਬਹੁਤ ਜ਼ਿਆਦਾ ਇੰਤਜ਼ਾਮ ਕਰਨਾ ਪਏਗਾ। ਪਹਿਲਾਂ ਤੇ 20-25 ਟੈਸਟ ਕਰਾਉਣੇ ਪੈਣਗੇ, ਫਿਰ ਸਾਨੂੰ ਲੋਕਾਂ ਤੋਂ ਦੂਰ ਰਹਿਣਾ ਪਏਗਾ, ਫਿਰ ਜਿਹੜਾ ਵਾ ਅਸੀਂ ਸਾਨੂੰ ਸਾਡੇ ਪੱਲਿਓਂ ਕਾਫੀ ਜ਼ਿਆਦਾ ਖਰਚਾ ਲੱਗ ਜਾਏਗਾ, ਫਿਰ ਲੋਕਾਂ ਦੀਆਂ ਤਾਨੇ ਮੇਣੇ ਗੱਲਾਂ ਸੁਣਨੀਆਂ ਪੈਣਗੀਆਂ, ਲਾਈਨ 'ਚ ਲੱਗਣਾ ਪਏਗਾ। ਪਰ ਪ੍ਰਭੂ ਯਿਸੂ ਮਸੀਹ ਕਹਿੰਦਾ ਜਾਓ ਯਾਜਕਾਂ ਨੂੰ ਵਿਖਾਓ, ਕਿਉਂਕਿ ਯਾਜਕਾਂ ਨੇ ਹੀ ਉਸ ਆਦਮੀ ਦਾ ਡਿਸਾਈਡ ਕਰਨਾ ਸੀ ਕਿ ਇਹ ਆਦਮੀ ਜਿਹੜਾ ਵਾ ਹੁਣ ਬਾਕੀ ਲੋਕਾਂ ਦੇ ਵਿੱਚ ਬੈਠ ਸਕਦਾ ਵਾ ਜਾਂ ਨਹੀਂ। ਇਸ ਤੋਂ ਬਾਅਦ ਜਦੋਂ ਅਸੀਂ ਵੇਖਦੇ ਹਾਂ ਹੋਰ ਪਰਮੇਸ਼ਵਰ ਦੇ ਵਚਨ ਦੀ ਕੀ ਪਾਵਰ ਆ, ਕੀ ਸ਼ਕਤੀ ਆ ਪਰਮੇਸ਼ਵਰ ਦੇ ਵਚਨ ਦੇ ਵਿੱਚ ਸਿਰਫ ਇੱਕ ਵਾਰੀ ਬੋਲਣ ਦੇ ਦੁਆਰਾ ਹੀ। ਯਹੂਨਾ ਦੀ ਕਿਤਾਬ ਉਹਦਾ 5 ਅਧਿਆਏ ਉਹਦਾ ਪਹਿਲਾ ਵਚਨ, ਪਰਮੇਸ਼ਵਰ ਦਾ ਪਿਆਰ ਜਿਹੜਾ ਸਾਡੇ ਵਾਸਤੇ ਪਹਿਲਾਂ ਵੀ ਉਹਨਾਂ ਸੀ, ਆਦਮੀ ਦੇ ਪਾਪੀ ਹੋਣ ਤੋਂ ਬਾਅਦ ਵੀ ਉਹਨਾਂ ਹੀ ਆ, ਪ੍ਰਭੂ ਯਿਸੂ ਮਸੀਹ ਦੇ ਧਰਤੀ ਤੇ ਆਉਣ ਤੋਂ ਬਾਅਦ ਵੀ ਉਹਨਾਂ ਹੀ ਆ, ਮਰ ਕੇ ਮੁਰਦਿਆਂ 'ਚੋਂ ਜਿੰਦਾ ਹੋ ਕੇ ਸਵਰਗ ਜਾਣ ਤੋਂ ਬਾਅਦ ਵੀ ਉਹਨਾਂ ਹੀ ਆ। ਤੇ ਜਿੰਨਾ ਚਿਰ ਪ੍ਰਭੂ ਯਿਸੂ ਮਸੀਹ ਜਿਹੜਾ ਵਾ ਉਹ ਧਰਤੀ ਤੇ ਦੂਸਰੀ ਵਾਰੀ ਨਹੀਂ ਆਉਂਦਾ ਤੇ ਉਹਨਾਂ ਹੀ ਪਿਆਰ ਰਹਿਣਾ, ਵੱਧਦਾ ਹੀ ਜਾਣਾ ਵਾ, ਘਟਣਾ ਨਹੀਂ। ਤੇ ਅਗਰ ਅਸੀਂ ਚਾਹੁੰਦੇ ਆ ਕਿ ਪਰਮੇਸ਼ਵਰ ਦਾ ਪਿਆਰ, ਪਰਮੇਸ਼ਵਰ ਦਾ ਵਚਨ ਜਿਹੜਾ ਵਾ ਉਹ ਸਾਨੂੰ ਮਿਲੇ, ਤੇ ਸਾਨੂੰ ਪਰਮੇਸ਼ਵਰ ਦੀਆਂ ਆਗਿਆਵਾਂ ਨੂੰ ਮੰਨਣਾ ਪੈਣਾ, ਫਿਰ ਸਾਨੂੰ ਪਰਮੇਸ਼ਵਰ ਦਾ ਵਚਨ ਮਿਲਦਾ, ਫਿਰ ਸਾਡੇ ਵਿੱਚ ਪਰਮੇਸ਼ਵਰ ਦਾ ਵਚਨ ਜਿਹੜਾ ਵਾ ਉਹ ਕੰਮ ਕਰਦਾ ਵਾ। पढ़ दीजिए जिन्हें मिल गया यूहन्ना 5 अध्याय उनका पहला वचन। इन बातों के पश्चात हाँ जी यहूदियों का एक पर्व हुआ। हाँ जी और यीशु यरूशलेम को गया। हाँ जी यरूशलेम में भेड़ फाटक के पास एक कहंदा ਜਦੋਂ ਯਹੂਦੀਆਂ ਦਾ ਇੱਕ ਪਰਵ ਸੀ, ਇੱਕ ਤਿਉਹਾਰ ਸੀ, ਔਰ ਇਸ ਤਿਉਹਾਰ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਜਿਹੜਾ ਵਾ ਯਰੂਸ਼ਲਮ ਨੂੰ ਗਿਆ, ਔਰ ਜਦੋਂ ਯਰੂਸ਼ਲਮ ਦੇ ਵਿੱਚ ਗਿਆ ਤੇ ਉੱਥੇ ਭੇਡਾਂ ਦਾ ਇੱਕ ਫਾਟਕ ਆਉਂਦਾ ਸੀ। ਹਾਂਜੀ एक कुंड है जो इब्रानी भाषा में बेतहर सदा कहलाता है। किया उस जगह ਦੇ ਉੱਤੇ ਭੇਡਾਂ ਵਾਲੇ ਫਾਟਕ ਦੇ ਉੱਤੇ ਇੱਕ ਕੁੰਡ ਆ, ਇੱਕ ਵੱਡੀ ਹੋਦੀ ਬਣੀ ਹੋਈ ਆ, उसके 5 ओसारे हैं। ਉਹਦੇ 5 ਦਰਵਾਜ਼ੇ ਸੀ। इनमें बहुत से बीमार, अंधे, लंगड़े और भूखे अंग वाले पड़े रहते थे। ਔਰ ਇਹਨਾਂ 5 ਦਰਵਾਜ਼ਿਆਂ ਦੇ ਵਿੱਚ ਹਰ ਤਰ੍ਹਾਂ ਦੇ ਬਿਮਾਰੀ ਜਿਹੜੇ ਸੀ ਉਹ ਪਏ ਰਹਿੰਦੇ ਸੀ, ਭਾਵੇਂ ਕੋਈ ਅੰਨਾ ਸੀ, ਕੋਈ ਬੋਲਾ ਸੀ, ਕੋਈ ਗੂੰਗਾ ਸੀ, ਕੋਈ ਲੰਗੜਾ ਸੀ, ਕੋਈ ਵੀ ਕਿਸੇ ਵੀ ਤਰ੍ਹਾਂ ਦਾ ਅਗਰ ਰੋਗੀ ਸੀ, ਉਸ 5 ਦਰਵਾਜ਼ਿਆਂ ਦੇ ਵਿੱਚ ਅਲੱਗ-ਅਲੱਗ ਇਲਾਕੇ ਤੋਂ ਆਣ ਕੇ ਤੇ ਬੈਠੇ ਰਹਿੰਦੇ ਸੀ। ਉੱਥੇ ਕਿਉਂ ਬੈਠੇ ਰਹਿੰਦੇ ਸੀ? ਹਾਂਜੀ कुछ समय पहले परमेश्वर के स्वर्ग कुंड में उतरकर पानी को हिलाया करते थे। ਇੱਕ ਨਿयत ਸਮਾਂ ਹੁੰਦਾ ਸੀ, ਠਹਿਰਾਇਆ ਹੋਇਆ ਸਮਾਂ ਹੁੰਦਾ ਸੀ, ਪਰਮੇਸ਼ਵਰ ਦੇ ਦੂਤ ਆਣ ਕੇ ਉਸ ਪਾਣੀ ਨੂੰ ਹਿਲਾਉਂਦੇ ਸੀ। ਹਾਂਜੀ पानी हिलते ही जो कोई पहले उतरता वह चंगा हो जाता था। ਤੇ ਜਦੋਂ ਇਹ ਪਾਣੀ ਹਿਲਦਾ ਸੀ, ਜਿਹੜਾ ਸਾਰਿਆਂ ਤੋਂ ਪਹਿਲਾਂ ਉਸ ਪਾਣੀ ਦੇ ਵਿੱਚ ਉਤਰ ਜਾਂਦਾ ਸੀ ਜਾਂ ਛਾਲ ਮਾਰ ਦਿੰਦਾ ਸੀ ਜਾਂ ਸੁੱਟ ਦਿੱਤਾ ਜਾਂਦਾ ਸੀ, ਉਹ ਚੰਗਾ ਹੋ ਜਾਂਦਾ ਸੀ। ਹਾਂਜੀ चाहे उसकी कोई बीमारी क्यों न हो। ਭਾਵੇਂ ਉਹਦੀ ਕੋਈ ਵੀ ਬਿਮਾਰੀ ਕਿਉਂ ਨਾ ਹੋਵੇ। ਹਾਂਜੀ वहाँ एक मनुष्य था जो 38 वर्ष से बीमारी में पड़ा था। ਉੱਥੇ ਇੱਕ ਆਦਮੀ ਸੀ ਜਿਹੜਾ 38 ਸਾਲ ਤੋਂ ਉਸ ਜਗ੍ਹਾ ਤੇ ਪਿਆ ਸੀ, ਬਿਮਾਰ ਸੀ ਉਸ ਜਗ੍ਹਾ ਤੇ। यीशु ने उसे पड़ा हुआ देखकर और यह जानकर कि वह बहुत दिनों से इस दशा में पड़ा है, उससे पूछा क्या तू चंगा होना चाहता है। ਜਦੋਂ ਪ੍ਰਭੂ ਯਿਸੂ ਮਸੀਹ ਨੇ ਉਹਨੂੰ ਵੇਖਿਆ, ਉਹਦੇ ਬਾਰੇ ਜਾਣਿਆ, ਤੇ ਪ੍ਰਭੂ ਯਿਸੂ ਮਸੀਹ ਨੂੰ ਕੀ ਪੁੱਛਦਾ ਵਾ? ਕੀ ਤੂੰ ਚੰਗਾ ਹੋਣਾ ਚਾਹੁੰਦਾ ਵਾ? ਅੱਜ ਸਾਰਿਆਂ ਤੋਂ ਪਹਿਲਾਂ ਤੁਹਾਡਾ ਪਿੰਡ ਕਿਹੜਾ, ਤੁਹਾਡਾ ਮਹੱਲਾ ਕਿਹੜਾ, ਤੁਹਾਡਾ ਫੋਨ ਨੰਬਰ ਕੀ ਆ? ਇਹੋ ਜਿਹਾ ਕੁਝ ਨਹੀਂ ਪੁੱਛਿਆ। ਕੀ ਕਹਿੰਦਾ? ਕੀ ਤੂੰ ਚੰਗਾ ਹੋਣਾ ਚਾਹੁੰਦਾ? ਹਾਂਜੀ उस बीमार ने उसको उत्तर दिया, ਉਸ ਬਿਮਾਰ ਨੇ ਉਸ ਜਵਾਬ ਦਿੱਤਾ। ਪ੍ਰਭੂ ਯਿਸੂ ਮਸੀਹ ਨੂੰ ਕੀ ਆਖਿਆ? हे प्रभु, मेरे पास कोई मनुष्य नहीं ਮੇਰੇ ਨਾਲ ਇਹੋ ਜਿਹਾ ਕੋਈ ਨਹੀਂ ਆ, ਜਦੋਂ ਮੈਂ ਪਾਣੀ ਹਿੱਲੇ ਤੇ ਮੈਨੂੰ ਕੀ ਆ, ਉਠਾ ਕੇ ਉਹਦੇ ਤੇ ਸੁੱਟ ਦੇਵੇ। जब पानी हिलाया जाए तो मुझे कुंड में उतारे। ਹਾਂਜੀ परंतु मेरे पहुंचते पहुंचते दूसरा मुझसे पहले उतर जाता है। ਤੇ ਜਦੋਂ ਤੱਕ ਮੈਂ ਉੱਥੇ ਪਹੁੰਚਦਾ ਵਾਂ ਤੇ ਕੋਈ ਮੇਰੇ ਤੋਂ ਪਹਿਲਾਂ ਆਣ ਕੇ ਪਾਣੀ ਦੇ ਵਿੱਚ ਉਤਰ ਜਾਂਦਾ ਵਾ ਤੇ ਮੈਂ ਫੇਰ ਰਹਿ ਜਾਣਾ। ਹਾਂਜੀ यीशु ने उससे कहा, उठ, अपनी खाट उठा और चल फिर। ਪ੍ਰਭੂ ਯਿਸੂ ਮਸੀਹ ਨੇ ਕੀ ਆਖਿਆ? ਉੱਠ, ਆਪਣੀ ਖਾਟ ਉਠਾ ਔਰ ਚੱਲ ਫਿਰ। ਹੁਣ ਜਿਹੜਾ ਆਦਮੀ ਪੈਰਾਲਾਈਜ਼ ਆ, 38 ਸਾਲ ਤੋਂ ਉਸ ਜਗ੍ਹਾ ਤੇ ਬੈਠਾ ਵਾ, ਕਹਿੰਦਾ ਉੱਠ
ਤੇ ਆਪਣਾ ਬਿਸਤਰਾ ਚੁੱਕ ਤੇ ਤੁਰਿਆ ਫਿਰ। ਸਿਰਫ ਇੱਕ ਵਚਨ ਦੇ ਦੁਆਰਾ। ਇਹ ਮੈਂ ਪਰਮੇਸ਼ਵਰ ਦੇ ਵਚਨ ਦੀ ਸ਼ਕਤੀ ਦੱਸ ਰਿਹਾ ਹਾਂ, ਪਰਮੇਸ਼ਵਰ ਦੇ ਵਚਨ ਦੀ ਪਾਵਰ ਕੀ ਆ। ਪਰਮੇਸ਼ਵਰ ਦੇ ਵਚਨ ਦੀ ਪਾਵਰ ਸਿਰਫ ਬੋਲਿਆ ਉੱਠ ਤੇ ਤੁਰ ਫਿਰ, ਆਪਣਾ ਬਿਸਤਰਾ ਚੱਕ। ਅੱਜ ਅਸੀਂ ਜ਼ਿਆਦਾਤਰ ਵੇਖਦੇ ਹਾਂ, ਵਰਤ ਵੀ ਰੱਖਦੇ ਹਾਂ, ਰੋਜ਼ੇ ਵੀ ਰੱਖਦੇ ਹਾਂ, ਲਗਾਤਾਰ ਜਿਹੜਾ ਵਾ ਚਰਚ ਦੇ ਵਿੱਚ ਵੀ ਆਉਂਦੇ ਹਾਂ, ਫਿਰ ਵੀ ਅਸੀਂ ਜਿਹੜਾ ਕਈ ਵਾਰੀ ਚੰਗੇ ਨਹੀਂ ਹੁੰਦੇ। ਤੇ ਇਹਦਾ ਮਤਲਬ ਕੀ ਆ? ਵਚਨ ਦੇ ਵਿੱਚ ਕਮੀ ਆ ਗਈ ਆ ਜਾਂ ਸਾਡੇ 'ਚ ਕਮੀ ਆ ਗਈ ਆ? ਸਾਡੇ 'ਚ ਕਮੀ ਆਈ ਆ। ਵਚਨ ਪਹਿਲਾਂ ਵੀ ਓਨੀ ਪਾਵਰ ਰੱਖਦਾ ਸੀ, ਵਚਨ ਬਾਅਦ ਚੋਂ ਵੀ ਓਨੀ ਪਾਵਰ ਰੱਖਣ ਲੱਗਾ। ਪਹਿਲਾ ਮਤਲਬ ਆਦਮੀ ਦੇ ਪਾਪੀ ਹੋਣ ਤੋਂ ਪਹਿਲਾਂ ਜਦੋਂ ਦੁਨੀਆ ਨੂੰ ਬਣਾਇਆ ਗਿਆ, ਬਾਅਦ ਵਿੱਚ ਜਦੋਂ ਆਦਮੀ ਨੇ ਪਾਪ ਕਰ ਲਿਆ ਉਸ ਤੋਂ ਬਾਅਦ, ਔਰ ਯਿਸੂ ਮਸੀਹ ਦੇ ਆਉਣ ਤੋਂ ਬਾਅਦ ਵੀ ਓਨੀ ਪਾਵਰ ਰੱਖਦਾ ਵਾ। ਹੁਣ ਉਹਦੇ ਮੁਰਦਿਆਂ ਚੋਂ ਜਿੰਦਾ ਹੋ ਕੇ ਸਵਰਗ ਜਾਣ ਤੋਂ ਬਾਅਦ ਵੀ ਓਨੀ ਪਾਵਰ ਰੱਖਦਾ ਵਾ। ਪਰ ਅਸੀਂ ਕੀ ਆ? ਅਸੀਂ ਉਸ ਵਾਅਦੇ ਦੇ ਪੱਕੇ ਨਹੀਂ ਰਹਿੰਦੇ। ਮੈਂ ਅਕਸਰ ਹੀ ਦੱਸਦਾ ਹੁੰਦਾ 10 ਆਗਿਆਵਾਂ ਦੇ ਬਾਰੇ ਕਿ ਜਿਹੜੀ ਜਦੋਂ ਖੇਡ ਦਾ ਮੈਦਾਨ ਹੁੰਦਾ ਵਾ, ਉਹਦੇ ਚਾਰ ਸਫੇਰੇ ਇੱਕ ਚਿੱਟੇ ਰੰਗ ਦੀ ਪੱਟੀ ਲੱਗੀ ਹੁੰਦੀ ਆ। ਤੇ ਭਾਜੀ ਅਗਰ ਉਸ ਪੱਟੀ ਤੋਂ ਕੋਈ ਖਿਡਾਰੀ ਬਾਹਰ ਚਲਾ ਜਾਵੇ ਤੇ ਕੀ ਹੁੰਦਾ ਹੈ? ਆਊਟ ਹੋ ਗਿਆ, ਰਿਜੈਕਟ ਹੋ ਗਿਆ, ਹਨਾ, ਉਸ ਤੋਂ ਬਾਹਰ ਨਿਕਲ ਗਿਆ। ਤੇ ਜਿਹੜੇ ਪਰਮੇਸ਼ਵਰ ਦੀਆਂ ਆਗਿਆਵਾਂ ਨੇ ਉਹ ਇੱਕ ਚਿੱਟੀ ਪੱਟੀ ਦਾ ਕੰਮ ਕਰਦੀਆਂ ਨੇ। ਅਗਰ ਕੋਈ ਆਦਮੀ ਉਸ ਪੱਟੀ ਤੋਂ ਬਾਹਰ ਚਲਾ ਜਾਂਦਾ ਵਾ, ਉਹ ਪਰਮੇਸ਼ਵਰ ਦੇ ਯੋਗ ਨਹੀਂ ਰਹਿੰਦਾ। ਫਿਰ ਵਚਨ ਉਹਦੀ ਜ਼ਿੰਦਗੀ 'ਚ ਕੰਮ ਨਹੀਂ ਕਰਦਾ। ਅਗਰ ਅਸੀਂ ਚਾਹੁੰਦੇ ਹਾਂ ਕਿ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰੇ ਤੇ ਸਾਨੂੰ ਉਸ ਘੇਰੇ ਦੇ ਵਿੱਚ, ਉਸ ਪੱਟੀ ਦੇ ਵਿੱਚ, ਉਸ ਚਾਰ ਦੀਵਾਰੀ ਦੇ ਵਿੱਚ, ਉਹਨਾਂ 10 ਆਗਿਆਵਾਂ ਦੇ ਵਿੱਚ ਸਾਨੂੰ ਰਹਿਣਾ ਪਏਗਾ। ਹੁਣ ਉਹ ਆਦਮੀ ਜਿਹੜਾ ਵਾ ਕਿਉਂ ਨਹੀਂ ਸੀ ਚੰਗਾ ਹੋ ਰਿਹਾ? ਜਿੰਨਾ ਚਿਰ ਵਚਨ ਉਹਦੇ ਜੀਵਨ 'ਚ ਨਹੀਂ ਸੀ ਆਇਆ, ਉਹਨਾਂ ਚਿਰ ਉਹ ਆਦਮੀ ਚੰਗਾ ਨਹੀਂ ਸੀ ਹੋ ਰਿਹਾ। ਹੁਣ ਇਹ ਵੇਖੋ, ਅਧਰੰਗੀ ਜਿਹੜਾ ਵਾ, ਪੈਰਾਲਾਈਜ਼ ਆ, ਜਿਹੜਾ ਉੱਠ ਕੇ ਬਾਕੀ ਬਿਮਾਰਾਂ ਤੋਂ ਪਹਿਲਾਂ ਜਿਹੜਾ ਉੱਥੇ ਜਾ ਨਹੀਂ ਸਕਦਾ, ਇੰਨਾ ਬਿਮਾਰ ਏ, ਉਹ ਨਾ ਤੇ ਕਿਤੇ ਬੈਂਕ 'ਚ ਡਾਕਾ ਮਾਰ ਸਕਦਾ ਵਾ, ਨਾ ਕਿਸੇ ਨੂੰ ਮਤਲਬ ਉਹ ਛੇੜ ਸਕਦਾ ਵਾ, ਨਾ ਕਿਸੇ ਦਾ ਬੁਰਾ ਭਲਾ ਕਰ ਸਕਦਾ ਉਹ। ਪਰ ਫਿਰ ਉਹ ਕਿਉਂ ਨਹੀਂ ਸੀ ਚੰਗਾ ਹੋ ਰਿਹਾ? ਕੋਈ ਦੱਸ ਸਕਦਾ? ਕਿਉਂਕਿ ਉਸ ਆਦਮੀ ਦੇ ਵਿਚਾਰ ਜਿਹੜੇ ਆ ਬੁਰੇ ਸੀ। ਪਰਮੇਸ਼ਵਰ ਦਾ ਵਚਨ ਦੱਸਦਾ ਵਾ, ਅਗਰ ਤੁਸੀਂ ਕੁਦ੍ਰਿਸ਼ਟੀ ਦੇ ਨਾਲ, ਬੁਰੀ ਨਜ਼ਰ ਦੇ ਨਾਲ ਕਿਸੇ ਨੂੰ ਵੇਖ ਵੀ ਲੈਂਦੇ ਹੋ ਤੇ ਤੁਸੀਂ ਗੁਨਾਹ ਕਰ ਦਿੱਤਾ। ਉਹ ਵੇਖ ਕੇ ਹੀ ਗੁਨਾਹ ਕਰ ਦਿੰਦਾ ਸੀ। ਦੂਸਰੀ ਗੱਲ ਆ, ਪ੍ਰਭੂ ਯਿਸੂ ਮਸੀਹ ਉੱਥੇ ਉਸ ਆਦਮੀ ਨੂੰ ਚੰਗਾ ਕਰਨ ਸਪੈਸ਼ਲ ਗਿਆ ਸੀ। ਕਾਰਨ ਕੀ ਸੀ ਕਿ ਜਦੋਂ ਗਿਆ, ਕਾਰਨ ਸੀ ਪ੍ਰਭੂ ਯਿਸੂ ਮਸੀਹ ਦਾ ਜਾਣਦਾ ਕਿ ਲੋਕ ਸੋਚਦੇ ਸੀ ਕਿ ਪਰਮੇਸ਼ਵਰ ਜਿਹੜਾ ਵਾ, ਜਿਹੜੇ ਥੋੜੇ ਬਿਮਾਰ ਹੈ ਬਸ ਇਹਨਾਂ ਨੂੰ ਚੰਗਾ ਕਰ ਸਕਦਾ ਵਾ। ਆ 38 ਸਾਲਾਂ ਤੋਂ ਇੱਥੇ ਪਿਆ ਵਾ, ਪਰ ਇਹਨੂੰ ਪਰਮੇਸ਼ਵਰ ਦੀ ਜ਼ਿਆਦਾ ਬਿਮਾਰੀ ਹੈ ਤੇ ਪਰਮੇਸ਼ਵਰ ਚੰਗਾ ਨਹੀਂ ਕਰ ਰਿਹਾ ਇਹਨਾਂ, ਕਿਉਂਕਿ ਸਵਰਗਦੂਤ ਹੀ ਆਉਂਦੇ ਸੀ ਨਾ ਹਿਲਾਉਣ ਵਾਸਤੇ ਪਾਣੀ ਨੂੰ। ਤੇ ਉਹਨਾਂ ਦੇ ਮਨ ਦੇ ਵਿੱਚੋਂ ਇਹ ਵਹਿਮ ਕੱਢਣ ਵਾਸਤੇ, ਇਹ ਅੰਧਕਾਰ ਜਿਹੜੀ ਆ, ਗਲਤ ਫਹਿਮੀ ਅੰਧਕਾਰ ਦੀ ਜਿਹੜੀ, ਉਹ ਕੱਢਣ ਵਾਸਤੇ ਪਰਮੇਸ਼ਵਰ ਦਾ ਇੱਕ ਵਚਨ ਜਿਹੜਾ ਵਾ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਰੋਸ਼ਨੀ ਬਣ ਕੇ ਆਇਆ ਸੀ ਉਸ ਜਗ੍ਹਾ ਦੇ ਉੱਤੇ। ਜਦੋਂ ਪਿਛਲੀ ਵਾਰੀ ਦੱਸਿਆ ਸੀ, ਪਰਮੇਸ਼ਵਰ ਦਾ ਵਚਨ ਇੱਕ ਰੋਸ਼ਨੀ ਦੀ ਤਰ੍ਹਾਂ ਸਾਡੇ ਜੀਵਨ 'ਚ ਕੰਮ ਕਰਦਾ ਵਾ, ਇੱਕ ਅੱਗ ਦੀ ਤਰ੍ਹਾਂ ਕੰਮ ਕਰਦਾ ਵਾ। ਜਦੋਂ ਸਾਡੇ ਜੀਵਨ 'ਚ ਰੋਸ਼ਨੀ ਹੁੰਦੀ ਆ, ਗਲਤ ਫਹਿਮੀਆਂ, ਅੰਧਕਾਰ ਜਿਹੜਾ ਵਾ, ਉਹਨਾਂ ਨੂੰ ਸਾਈਡ ਤੇ ਕਰਕੇ ਪਰਮੇਸ਼ਵਰ ਦਾ ਵਚਨ ਅੱਗ ਦੀ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਕੰਮ ਕਰਦਾ, ਉਹਨਾਂ ਨੂੰ ਭਸਮ ਕਰਦਾ ਵਾ। ਫਿਰ ਪਰਮੇਸ਼ਵਰ ਦਾ ਵਚਨ ਹਥੌੜੇ ਦੀ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਕੰਮ ਕਰਦਾ ਵਾ। ਅਗਰ ਅਸੀਂ ਪਰਮੇਸ਼ਵਰ ਦੇ ਵਿੱਚ ਆ ਜਾਂਦੇ ਆ, ਸ਼ੈਤਾਨ ਸਾਨੂੰ ਜਿਹੜਾ ਵਾ ਆਪਣੇ ਬੰਧਨਾਂ ਦੇ ਵਿੱਚ ਬੰਨਣ ਦੀ ਕੋਸ਼ਿਸ਼ ਕਰਦਾ ਵਾ, ਸੰਗਲਾਂ ਦੇ ਵਿੱਚ ਬੰਨਣ ਦੀ ਕੋਸ਼ਿਸ਼ ਕਰਦਾ ਵਾ, ਆਪਣੀ ਸ਼ੈਤਾਨੀ ਜੰਜੀਰਾਂ ਦੇ ਵਿੱਚ ਸਾਨੂੰ ਜਕੜਨ ਦੀ ਕੋਸ਼ਿਸ਼ ਕਰਦਾ। ਤੇ ਪਰਮੇਸ਼ਵਰ ਦਾ ਵਚਨ ਜਿਹੜਾ ਵਾ ਉੱਥੇ ਹਥੌੜੇ ਦੀ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਆ ਕੇ ਕੰਮ ਕਰਦਾ। ਫਿਰ ਜਿਹੜਾ ਵਾ ਪਰਮੇਸ਼ਵਰ ਦਾ ਵਚਨ ਇੱਕ ਜਿਹੜਾ ਵਾ ਬਰਸਾਤ ਦੀ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਕੰਮ ਕਰਦਾ। ਜਿਵੇਂ ਬਰਸਾਤ ਹੁੰਦੀ ਆ, ਅਸੀਂ ਫਲ ਲੈ ਕੇ ਆਉਂਦੇ ਆ, ਇਸ ਤਰ੍ਹਾਂ ਪਰਮੇਸ਼ਵਰ ਦਾ ਵਚਨ ਕੰਮ ਕਰਦਾ। ਉਸ ਤੋਂ ਬਾਅਦ ਪਰਮੇਸ਼ਵਰ ਦਾ ਵਚਨ ਇੱਕ ਬੀਜ ਦੀ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਕੰਮ ਕਰਦਾ ਤੇ ਇੱਕ ਰੋਟੀ ਦੀ ਤਰ੍ਹਾਂ ਸਾਡੇ ਜੀਵਨ 'ਚ ਕੰਮ ਕਰਦਾ। ਇਹ ਸਾਰੇ ਜਿਹੜੇ ਵਚਨ ਦੇ ਪ੍ਰਤੀਕ ਸੀ ਉਸ ਜਗ੍ਹਾ ਦੇ ਉੱਤੇ, ਉਸ ਆਦਮੀ ਦੇ, ਔਰ ਉੱਥੇ ਹੋਰ ਲੋਕਾਂ ਦੇ ਜੀਵਨ ਦੇ ਵਿੱਚ ਇਸੇ ਤਰ੍ਹਾਂ ਹੀ ਕੰਮ ਕੀਤਾ। ਤੇ ਪਰਮੇਸ਼ਵਰ ਦੇ ਵਚਨ ਦੀ ਜਿਹੜੀ ਸ਼ਕਤੀ ਸੀ, ਪਰਮੇਸ਼ਵਰ ਦੇ ਵਚਨ ਦੀ ਪਾਵਰ ਸੀ, ਜਦੋਂ ਉਹਨਾਂ ਨੇ ਆਪਣੇ ਮਨਾਂ ਨੂੰ ਖੋਲਿਆ, ਪਰਮੇਸ਼ਵਰ ਨੂੰ ਜਿਹੜਾ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਮਨਾਂ ਦੇ ਅੰਦਰ ਆਉਣ ਦਿੱਤਾ, ਉਸ ਵਚਨ ਨੂੰ ਆਪਣੇ ਦਿਲ ਦੇ ਅੰਦਰ ਆਉਣ ਦਿੱਤਾ, ਤੇ ਉਹਨਾਂ ਦੀਆਂ ਬਿਮਾਰੀਆਂ ਖਤਮ।
तुरंत ही चंगियां हो गईयां। उत्थे कोई डॉक्टर लभन नहीं जाना पिया, कोई हकीम लभन नहीं जाना पिया, कोई तेल मालिश करने वाला नहीं जाना पिया भी इहदे हत्थां पैरां दे विच तेल झस दईए। नहीं, सिर्फ बोलिया उठ ते अपना बिस्तरा चुक और तुर फिर। अगर असीं चाहुंदे हां इसे तरह परमेश्वर जिहड़ा वा साडे जीवन दे विच काम करे, ਇਹੋ ਹੀ शक्ति ਜਿਹੜੀ ਆ ਸਾਡੇ ਜੀਵਨ 'ਚ ਵੀ ਉਸੇ ਤਰ੍ਹਾਂ ਹੀ ਕੰਮ ਕਰੇ, ਤੇ ਸਾਨੂੰ ਕੀ ਆ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਵਾ। ਅਗਰ ਅਸੀਂ ਚਾਹੁੰਦੇ ਆ ਪਰਮੇਸ਼ਵਰ ਨੂੰ ਜਿਹੜਾ ਵਾ ਆਪਣਾ ਮਿੱਤਰ ਬਣਾਉਣਾ, ਅਸੀਂ ਦੂਸਰੇ ਲੋਕਾਂ ਨੂੰ ਚਾਹੁੰਦੇ ਆ ਕਿ ਪਰਮੇਸ਼ਵਰ ਦਾ ਜਿਹੜਾ ਮਿੱਤਰ ਬਣਾਈਏ। ਮੈਂ ਚਾਹੁੰਦਾ ਵਾ ਭਾਈ ਮਾਰਸ਼ਲ ਨੂੰ ਪਰਮੇਸ਼ਵਰ ਦਾ ਮਿੱਤਰ ਬਣਾਇਆ ਜਾਵੇ, ਮੈਂ ਚਾਹੁੰਦਾ ਵਾ ਭੈਣ ਸੁਨੀਤਾ ਨੂੰ ਪਰਮੇਸ਼ਵਰ ਦਾ ਮਿੱਤਰ ਬਣਾਇਆ ਜਾਵੇ ਕਿ ਇਹ ਪਰਮੇਸ਼ਵਰ ਨੂੰ ਜਾਣਨ। अगर असी किसी आदमी नूं परमेश्वर का दोस्त बनाना चाहुंदे आ, परमेश्वर का मित्र बनाना चाहुंदे आ, तो सारे तो पहला किनू बनना पेगा? सानू। सारे तो पहला मैं जानांगा परमेश्वर नूं, फिर परमेश्वर दे बारे दसांगा कि परमेश्वर इन्ना भला वा, परमेश्वर एवें काम करदा वा, परमेश्वर इस तरह साडी जिंदगी बदलदा वा, परमेश्वर का वचन एवें साडे जीवन दे विच काम करदा वा। पर पहला की आ सानू खुद नूं जानना पेगा। अक्सर ही डैडी दसदे हुंदे सी, अगर किसी नूं जड़ी आ रोशनी देनी आ तो सारिਆਂ ਤੋਂ ਪਹਿਲਾਂ ਆਪਣੀ बैटरी चार्ज होनी चाहिए आ। ਜਦੋਂ ਸਾਡੀ बैटरी चार्ज नहीं गी तो दूसरे ਨੂੰ ਅਸੀਂ ਕਿੱਥੋਂ रोशनी दे सकते हैं? पावर बैंक अजकल बहुत सारे लोग इस्तेमाल करते हैं ना, तो जो पावर बैंक आप चार्ज करते हैं तो बाद दूसरा फोन चार्ज करते हैं ना, अपनी पावर दूसरे को फिर ही देता है। तो जो पावर चार्ज ही जो पावर बैंक ही डैड होया पिया तो किसी को की चार्ज करेगा। तो इस करके अगर असी चाहुंदे हां परमेश्वर का वचन साडे विच आवे और साडी जीवन जिहड़ा पावर बैंक की तरह दूसरिਆਂ ਨੂੰ चार्ज करन ते जावे, तो सानू की आ आप भी परमेश्वर दे कोले चार्ज होने वास्ते आउणा पैना। अगर असी चाहुंदे हां असी भी परमेश्वर दे विच बने रहिए, सानू परमेश्वर अज तो बाद साडी स्थापना करे, सानू परमेश्वर बनावे, तो सानू की अपने आप नूं परमेश्वर दे अधीन कर देना चाहिए है। अपने दिल के दरवाजे खोलने चाहिए आ कि परमेश्वर साडे जीवन दे विच आवे, परमेश्वर साडे जीवन दे विच काम करे। परमेश्वर तुहानूं सारिआं नूं आशीष और बरकत दे, और अज दा वचन जिहड़ा एक फल दे समान तुहाडे सारिआं दे जीवन दे विच वधदा जावे।